ओ दस्तगीर। रजा बख्श रोजी देओ दिल पाजीर। पहला मरण कबूल जीवन की छड़ आस। हो सबना की रेणुका तो आओ हमारे पास। चवर छतर तख्त दे मालक साहिब श्री गुरु ग्रंथ साहिब जी दी पवित्र गोद विच विराजमान गुरु प्यारी खालसा साध संगत जी फतेह प्रवान करो। वाहिगुरू जी का खालसा वाहिगुरू जी की फतेह। धन धन श्री गुरु ग्रंथ साहिब सच्चे पातशाह जी की छत्र छाया हेठ शहीदां दे सरताज धन धन श्री गुरु अर्जन देव साहिब जी अते समुचे ही खालसा पंथ दे शहीद 1984 दे घल्लूघारे दे समूह शहीदां दी याद नूं समर्पित मलेशिया दीयां संगतां वल्लों उचेचे तौर ते ये गुरमत समागम करवाए जा रहे हैं और इन्हां समागमां दे विच संगत दे हुक्म अनुसार सोहला कीर्तन सोहला जो सिख जगत दे अंदर नितनेम दी बाणी है उस दे अर्थ बोध चल रहे हैं। कुछ समा एकाग्रता बख्श के अपने समय नूं जीवन नूं सफलियां करन दे लई सरवण करना करो जी। सतनाम श्री वाहिगुरू साहिब जी। राग आसा महला पहला। शेय घर शेय गुर शेय उपदेश। गुर गुर एको वेश अनेक। करते कीरत होए रहाओ। धन धन श्री गुरु नानक देव साहिब जी सोहले दे दूसरे शब्द विच समुची सृष्टि दे विच वो परमात्मा एक तो अनेक है, सबना विच वसदा है और दुनिया दे जिन्ने भी सतपुरुष ने संत ने धार्मिक ग्रंथां नूं रचन वाले ने सारे दे सारे उहदी बख्शिश नाल ही ये रचना कर पाए ने। ये ज्ञान दर्शाउणगे। वेखो हर एक इंसान खुदा ताईं पहुंचना चाहुंदा है और जिहड़े पहुंचे ने उन्हां कुछ रस्ते उलीके ने धार्मिक ग्रंथां दे अंदर। जिस रस्ते ते कोई चलिया ना होवे उत्थे कोई मील पत्थर नहीं हुंदा, पता ही कोई नहीं अगे की है। एक शहर तो दूजे शहर कोई गया है, मील पत्थर लगा होवेगा, इथों इन्नी दूरी ते ये देश है। जिहड़ा वलैत गया ही नहीं उहनूं वलैत दीयां गल्लां दसी भी जाओ तो वो आखणगे जी एवें गप्पां वड्डी जांदे ने भी पंजाब विच बैठे तुसीं कनेडा दी गल करो जी उत्थे इदां इदां जिन्हें वेख्या नहीं उहदे भा दा सुपना झूठ है। ये धर्म की दुनिया भी ऐसी है, जिन्हें करामात वेखी नहीं गुरु की बख्शिश वेखी नहीं उहदे भा दा सब झूठ है। ते जिन्हें वेख्या है फिर वो दर्शाउंदा है।
ਹੁਣ ਧਰਮ ਦੇ ਰਸਤੇ ਤੇ ਚੱਲਣ ਵਾਲਿਆਂ ਜਿਨ੍ਹਾਂ ਖੁਦਾ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਕਿਸ ਪ੍ਰਕਾਰ ਦੇ ਨਾਲ ਪ੍ਰਾਪਤੀ ਕੀਤੀ ਹੈ, ਸਾਰਾ ਚਿੱਤਰਣ ਧਾਰਮਿਕ ਗ੍ਰੰਥਾਂ ਵਿੱਚ ਚਿੱਤਰਿਆ ਹੋਵੇਗਾ। ਗੁਰੂ ਗ੍ਰੰਥ ਸਾਹਿਬ ਕੀ ਨੇ? ਨਿਰਗੁਣ ਸਰੂਪ ਤੱਕ ਪਹੁੰਚਣ ਦਾ ਰਸਤਾ। ਔਰ ਆਪਾਂ ਜਾਣਦੇ ਹਾਂ ਇਹ ਰਸਤਾ ਸਾਨੂੰ ਦਿਖਾਉਣ ਵਾਲਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਇੱਦਾਂ ਸਾਰੇ ਹੀ ਧਰਮਾਂ ਦੇ ਸਤਿਪੁਰਸ਼ਾਂ ਨੇ ਜਿਵੇਂ ਜਿਵੇਂ ਉਸ ਤਾਈਂ ਪਹੁੰਚਣਾ ਕੀਤਾ ਹੈ, ਉਹਨਾਂ ਕੁਝ ਰਸਤੇ ਚਿੱਤਰੇ ਨੇ, ਵਿਦਵਾਨਾਂ ਨੇ, ਮਹਾਂਪੁਰਸ਼ਾਂ ਨੇ ਧਾਰਮਿਕ ਗ੍ਰੰਥ ਲਿਖੇ ਨੇ। ਔਰ ਇਹਨਾਂ ਗ੍ਰੰਥਾਂ ਦੇ ਅੰਦਰ ਭਾਰਤ ਵਿੱਚ ਸਨਾਤਨ ਸਭ ਤੋਂ ਦੁਨੀਆ 'ਚ ਪੁਰਾਣੇ ਧਰਮਾਂ 'ਚੋਂ ਇੱਕ ਹਿੰਦੂ ਧਰਮ ਹੈ। ਉਹਦੇ 4 ਵੇਦ ਨੇ। ਵੇਦਾਂ ਤੋਂ ਬਾਅਦ ਜਿਹੜੇ ਧਾਰਮਿਕ ਗ੍ਰੰਥ ਸਭ ਤੋਂ ਪ੍ਰਸਿੱਧ ਨੇ ਉਹ ਨੇ 6 ਸ਼ਾਸਤਰ। ਇੱਥੇ ਉਹਦਾ ਜ਼ਿਕਰ ਕਰਨ ਲੱਗੇ ਨੇ ਗੁਰੂ ਨਾਨਕ ਸਾਹਿਬ। 6 ਘਰ 6 ਗੁਰ। 6 ਘਰ ਦੱਸੇ ਨੇ ਉਹਨਾਂ ਪਰਮਾਤਮਾ ਦੇ, ਜਿਵੇਂ ਪਹੁੰਚੇ ਨੇ, ਜਿਵੇਂ ਪਹੁੰਚਿਆ ਜਾ ਸਕਦਾ, ਆਪੋ ਆਪਣੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ। ਇਹ ਸਭ ਤੋਂ ਪੁਰਾਣੇ ਵੀ ਨੇ। ਔਰ 6 ਨੂੰ ਰਚਣ ਵਾਲੇ, ਗ੍ਰੰਥਾਂ ਨੂੰ ਬਣਾਉਣ ਵਾਲੇ 6 ਵੱਖ-ਵੱਖ ਗੁਰੂ ਨੇ ਇਹਨਾਂ ਗ੍ਰੰਥਾਂ ਦੇ। ਹੁਣ ਇਹ 6 ਸ਼ਾਸਤਰ ਸਾਂਖ ਹੈ, ਨਿਆਇਕ ਹੈ, ਵਿਸ਼ੇਸ਼ਕ ਹੈ, ਮਿਸਾਂਸਾ ਹੈ, ਪਤੰਜਲ ਹੈ, ਵੇਦਾਂਤ ਹੈ। ਔਰ ਇਹਨਾਂ 6 ਦੀ ਰਚਨਾ ਕਰਨ ਵਾਲੇ 6 ਕਰਤਾ ਨੇ। ਕਪਲ ਮੁਨੀ ਹੈ, ਕਣਭੁਕ ਹੈ, ਜੈਮਨ ਹੈ, ਗੌਤਮ ਹੈ, ਸ਼ੇਸ਼ ਹੈ, ਬਿਆਸ ਆਦਿਕ ਹੈ। ਇਹਨਾਂ 6 ਨੂੰ 6 ਗੁਰੂਆਂ ਨੇ ਰਚਿਆ। ਔਰ ਇੱਕ ਦਾ ਵਿਚਾਰ ਆ ਤੁਸੀਂ ਜਿੰਨੇ ਬੈਠੇ ਜੇ, ਜਿੰਨੀ ਸੰਗਤ ਹੈ ਉਨੀਆਂ ਹੀ ਵੱਖੋ ਵੱਖ ਵਿਚਾਰਾਂ ਹੋਣਗੀਆਂ। ਕਿਸੇ ਦਾ ਵਿਚਾਰ ਦੂਜੇ ਨਾਲ ਨਹੀਂ ਰਲਦਾ। ਹੁਣ ਵਿਚਾਰ ਵੀ 6 ਦੇ ਵੱਖ-ਵੱਖ ਨੇ। 6 ਉਪਦੇਸ਼। ਉਪਦੇਸ਼ ਕੀ ਹੈ? ਵਿਚਾਰ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਇਹ 6 ਪੁਰਾਣੇ ਸ਼ਾਸਤਰ ਇਹ ਧਾਰਮਿਕ ਗ੍ਰੰਥ ਨੇ। ਇਹਨਾਂ ਦੇ ਵੱਖੋ-ਵੱਖ ਗੁਰੂ ਨੇ, ਤੇ ਗੁਰੂ ਜਦੋਂ ਵੱਖ-ਵੱਖ ਹੋ ਗਏ ਤੇ ਵਿਚਾਰ ਵੀ ਵੱਖੋ-ਵੱਖ ਹੈ, ਉਪਦੇਸ਼ ਵੀ ਵੱਖੋ-ਵੱਖ ਹੈ। ਹਰ ਗ੍ਰੰਥ ਆਪਣੇ ਅਨੁਸਾਰ ਰੱਬ ਤਾਈਂ ਪਹੁੰਚਣ ਦਾ ਇੱਕ ਜ਼ਰੀਆ ਹੈ, ਇੱਕ ਤਰੀਕਾ ਹੈ। ਹਿੰਦੂ ਧਰਮ ਅੰਦਰ ਜਿੱਥੇ ਸਿਮਰਤੀਆਂ ਅਨੇਕਾਂ ਨੇ, ਪੁਰਾਣ ਕੁਰਾਨ ਅਨੇਕਾਂ ਨੇ, ਉੱਥੇ ਇਹ 6 ਸ਼ਾਸਤਰ ਮਾਇਨੇ ਰੱਖਦੇ ਨੇ। ਇਉਂ ਸਮਝ ਲਵੋ ਜਿਵੇਂ ਵੇਦਾਂ ਵਿੱਚ ਰੱਬ ਦੀ ਗੱਲ ਹੈ, ਤੇ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਪਰਮਾਤਮਾ ਦੀ, ਰੱਬ ਦੀ ਗੱਲ ਹੈ। ਔਰ ਸਾਰਿਆਂ ਧਾਰਮਿਕ ਗ੍ਰੰਥਾਂ ਦਾ ਸਾਰ ਨੇ। ਪਰ ਹਿੰਦੂ ਧਰਮ ਦੀ ਮਰਿਆਦਾ ਕੀ ਹੈ, ਰਹਿਣੀ ਬਹਿਣੀ ਕੀ ਹੈ, ਉਹ 6 ਸ਼ਾਸਤਰਾਂ ਵਿੱਚ ਹੈ। ਤੇ ਸਾਡੀ ਰਹਿਣੀ ਬਹਿਣੀ 10ਮ ਗ੍ਰੰਥ ਵਿੱਚ ਹੈ। ਇੱਦਾਂ ਹਰ ਧਰਮ ਦੇ ਕਈ ਗ੍ਰੰਥ ਹੁੰਦੇ ਨੇ, ਪਰ ਉੱਥੇ ਧਾਰਮਿਕ ਸਭ ਤੋਂ ਉੱਚਾ ਅਹੁਦਾ ਵੇਦਾਂ ਕੋਲ ਹੈ, ਤੇ ਸਾਡੇ ਘਰ ਗੁਰੂ ਦਾ ਅਹੁਦਾ ਗੁਰੂ ਗ੍ਰੰਥ ਸਾਹਿਬ ਕੋਲ ਹੈ। ਔਰ ਕੇਵਲ ਰੱਬ ਦੀ ਉਸਤਤੀ ਹੈ। ਤੇ ਜੇ ਤੁਸੀਂ ਖਾਲਸੇ ਦਾ ਜੀਵਨ ਪੜ੍ਹਨਾ ਹੈ, ਉਹ 10ਮ ਚੋਂ ਲੱਭੇਗਾ, ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਲੱਭੇਗਾ। ਖਾਲਸੇ ਦਾ ਲਿਬਾਸ, ਖਾਲਸੇ ਦੇ ਬੋਲ ਬਾਲੇ, ਖਾਲਸੇ ਦੀ ਜੰਗਜੂ ਕਿਰਿਆ, ਕਿਵੇਂ ਜੰਗ ਲੜਨੀ ਹੈ, ਕੀ ਕਰਨਾ ਹੈ, ਇਹ 10ਮ ਵਿੱਚ ਹੈ। ਇੱਦਾਂ ਸ਼ਾਸਤਰਾਂ ਨੂੰ ਸਮਝਿਓ। ਹਿੰਦੂ ਧਰਮ ਦਾ ਜੀਵਨ ਕੈਸਾ ਹੈ, ਇਹ ਸ਼ਾਸਤਰਾਂ ਚੋਂ ਲੱਭੇਗਾ। ਦੀਨ ਦੁਨੀਆ ਦੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਵੀ 6 ਹੀ ਸ਼ਾਸਤਰਾਂ ਦੇ ਵਿੱਚ ਵੱਖੋ ਵੱਖ ਵਿਚਾਰ ਨੇ। ਔਰ ਇਸੇ ਕਰਕੇ ਹਿੰਦੂ ਧਰਮ ਵਿੱਚ ਬੜੇ ਧੜੇ ਨੇ। ਸਿੱਖਾਂ 'ਚ ਤੇ ਉਹਨੇ ਹੈ ਹੀ ਨਹੀਂ, ਥੋੜੇ ਹੀ ਨੇ, ਤੇ ਆਪਾਂ ਫਿਰ ਵੀ ਰੌਲਾ ਜ਼ਿਆਦਾ ਪਾ ਲੈਂਦੇ। ਵਿਚਾਰ ਵੱਖੋ ਵੱਖ ਹੈ। 33 ਕਰੋੜ ਦੇਵਤਾ ਬਣਿਆ ਬੈਠਾ ਹੈ, 9 ਕਰੋੜ ਦੇਵੀ ਬਣੀ ਬੈਠੀ ਹੈ। ਇਹ ਕੀ ਹੈ? ਵਿਚਾਰਾਂ ਹੀ ਨੇ, ਇੱਕ ਦੂਜੇ ਨਾਲ ਰਲੀਆਂ ਨਹੀਂ, ਵੱਖੋ ਵੱਖ ਦੇਵਤੇ ਮੰਨ ਲਏ। ਸਾਡਾ ਗੁਰੂ ਇੱਕ ਹੈ, ਗੁਰੂ ਗ੍ਰੰਥ ਸਾਹਿਬ। ਸਾਡੀ ਵਿਚਾਰ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਹੈ।
ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਆਪਣੇ ਇਤਿਹਾਸ ਦੀ ਕਦਰ ਹੈ, ਦਸਮ ਬਾਣੀ ਦੀ ਕਦਰ ਹੈ, ਭਾਈ ਗੁਰਦਾਸ ਦੀ ਬਾਣੀ ਦੀ ਕਦਰ ਹੈ, ਭਾਈ ਨੰਦ ਲਾਲ ਦੀ ਬਾਣੀ ਦੀ ਕਦਰ ਹੈ, ਪਰ ਆਗੂ ਅਸੀਂ ਇੱਕ ਰੱਖਿਆ, ਗੁਰੂ ਗ੍ਰੰਥ ਸਾਹਿਬ। ਹੁਣ ਹਿੰਦੂ ਮਤ ਵਿੱਚ ਕੀ ਹੈ? ਜੋਗੀਆਂ ਦੇ ਟੋਲੇ, ਜੰਗਮਾਂ ਦੇ ਟੋਲੇ। ਇਹ ਜਿਹੜੇ ਜੋਗੀ ਨੇ ਇਹ ਬ੍ਰਾਹਮਣਾਂ ਦੇ ਉਲਟ ਨੇ, ਬ੍ਰਾਹਮਣ ਜੋਗੀਆਂ ਦੇ ਉਲਟ ਨੇ। ਕੋਈ ਛਤਰੀਆਂ ਦੇ ਟੋਲੇ ਨੇ, ਸੰਨਿਆਸੀਆਂ ਦੇ ਟੋਲੇ ਨੇ, ਬ੍ਰਹਮਚਾਰੀਆਂ ਦੇ ਟੋਲੇ ਨੇ। ਕਿਉਂਕਿ ਸ਼ਾਸਤਰਾਂ ਦਾ ਸਿਧਾਂਤ ਵੱਖੋ ਵੱਖ ਸੀ, ਮਰਿਆਦਾ ਵੱਖੋ ਵੱਖ ਸੀ, ਉਪਦੇਸ਼ ਵੱਖੋ ਵੱਖ ਸੀ, ਟੋਲੇ ਵੀ ਉਨੇ ਹੀ ਬਣ ਗਏ, ਵੱਖੋ ਵੱਖ ਧੜੇ ਬਣ ਗਏ, ਪੰਥ ਚੱਲ ਪਏ। ਹੁਣ ਕੀ ਇਹ 6 ਉਪਦੇਸ਼ ਵੱਖੋ ਵੱਖ ਨੇ, ਕੀ ਇਹਦੇ ਵਿੱਚ ਕੋਈ ਬੁਰਾਈ ਹੈ? ਨਹੀਂ। ਰਸਤਾ ਸਾਰੇ ਹੀ ਰੱਬ ਤਾਈਂ ਪਹੁੰਚਣ ਦਾ ਦੱਸਦੇ ਨੇ। ਕੁਰਾਨ ਕੀ ਕਹਿ ਰਿਹਾ? ਖੁਦਾ ਨੂੰ ਮੰਨਣ ਦੀ ਗੱਲ ਕਰਦਾ ਹੈ। ਸਾਰੇ ਹੀ ਧਰਮ, ਭਾਵੇਂ ਉਹ ਭਗਵਤ ਗੀਤਾ ਲਿਖੀ ਗਈ ਹੈ, ਕੋਈ ਵੀ ਧਰਮ ਹੈ, ਸਾਰੇ ਹੀ ਰੱਬ ਨੂੰ ਮੰਨਣ ਦੀ ਗੱਲ ਕਰਦੇ ਨੇ, ਸਾਰੇ ਹੀ ਪਰਮਾਤਮਾ ਨੂੰ ਮੰਨਣ ਦੀ ਗੱਲ ਕਰਦੇ ਨੇ, ਔਰ ਸਾਰਿਆਂ 'ਚ ਹੀ ਪਰਮਾਤਮਾ ਦੀ ਜੋਤ ਹੈ। ਅਸੀਂ ਸਿੱਖਾਂ, ਇਹਦਾ ਮਤਲਬ ਇਹ ਨਹੀਂ ਵੀ ਹਿੰਦੂਆਂ 'ਚ ਰੱਬ ਨਹੀਂ ਰਹਿੰਦਾ। ਜੇ ਹਿੰਦੂ ਆਖਣ ਵੀ ਅਸੀਂ ਹੈ ਸਭ ਕੁਝ, ਤੇ ਇਹ ਨਹੀਂ ਵੀ ਇਸਲਾਮ ਵਿੱਚ ਜਿਹੜੇ ਲੋਕ ਨੇ ਉਹਨਾਂ 'ਚ ਰੱਬ ਨਹੀਂ ਰਹਿੰਦਾ। ਹਰ ਇੱਕ ਦੇ ਵਿੱਚ ਰੱਬ ਹੈ। ਇਹ 6 ਨੂੰ ਲਿਖਣ ਵਾਲੇ 6 ਗੁਰੂ ਹੀ ਰੱਬ ਤਾਈਂ ਪਹੁੰਚੇ ਹੋਏ ਨੇ। ਰਸਤੇ ਵੱਖੋ ਵੱਖ ਨੇ। ਇਹ ਉਦਾਹਰਣ ਤੁਹਾਨੂੰ ਇੱਕ ਸੌਖੀ ਦਵਾਂ ਵੀ ਜਿਹੜਾ ਸਮੁੰਦਰ ਹੈ ਨਾ, ਉਹਦੇ 'ਚ ਹਜ਼ਾਰਾਂ ਨਦੀਆਂ ਪੈਂਦੀਆਂ ਨੇ। ਕੋਈ ਸ਼ਾਰਟਕਟ ਤੋਂ ਆ ਰਹੀ, ਸਿੱਧੀ ਆ ਰਹੀ ਹੈ, ਕੋਈ ਪਹਾੜਾਂ 'ਚੋਂ ਵਲ ਕੇ ਆ ਰਹੀ ਹੈ, ਕੋਈ ਪੱਥਰਾਂ ਨਾਲ ਟਕਰਾ ਕੇ ਆ ਰਹੀ ਹੈ, ਕਿਸੇ ਦਾ ਪੈਂਡਾ ਲੰਮਾ ਹੈ, ਕੋਈ ਛੇਤੀ ਪਹੁੰਚ ਜਾਂਦੀ ਹੈ। ਤੇ ਜਾ ਮੰਜ਼ਿਲ ਕੀ ਹੈ? ਪਰਮਾਤਮਾ ਹੈ। ਮੰਜ਼ਿਲ ਸਮੁੰਦਰ ਹੈ। ਇੱਦਾਂ ਸਾਰੇ ਹੀ ਉਹਦੇ ਤਾਈਂ ਪਹੁੰਚੇ ਨੇ। ਹਾਂ, ਅਸੀਂ ਇਹ ਸਿੱਖੀ ਦਾ ਮਹਾਤਮ ਕਹਿ ਸਕਦੇ ਹਾਂ ਵੀ ਸਿੱਖੀ ਦਾ ਰਸਤਾ ਸ਼ਾਰਟਕਟ ਹੈ। ਪਹੁੰਚ ਮੁਸਲਮਾਨ ਵੀ ਸਕਦੇ ਨੇ, ਹਿੰਦੂ ਵੀ ਸਕਦੇ ਨੇ। ਜੇ ਹਿੰਦੂ ਨਹੀਂ ਪਹੁੰਚੇ ਤੇ ਫਿਰ ਭਗਤ ਨਾਮਦੇਵ ਹੋਣੀ ਕੀ ਕਰਦੇ ਨੇ ਬਾਣੀ 'ਚ ਬੈਠੇ? ਕੌਣ ਹੈ ਉਹ? ਹਿੰਦੂ ਹੀ ਹੈ। ਫਰੀਦ ਮੁਸਲਮਾਨ ਹੈ, ਬਾਬਾ ਫਰੀਦ ਮੁਸਲਮਾਨ ਹੈ। ਉਹ ਕੀ ਕਰਦਾ ਬਾਣੀ ਵਿੱਚ ਜੇ ਉਹ ਪਹੁੰਚਿਆ ਹੀ ਨਹੀਂ ਉੱਥੇ? ਤੇ ਅਸੀਂ ਦਾਇਰਾ ਨਿੱਕਾ ਕਰ ਦਿੰਨੇ ਹਾਂ। ਨਾਨਕ ਨਿਰੰਕਾਰੀ ਸਾਰਿਆਂ ਦਾ ਸਾਂਝਾ ਹੈ। ਸਮੁੰਦਰ ਕਿਸੇ ਵੀ ਨਦੀ ਨਾਲ ਵਿਤਕਰਾ ਨਹੀਂ ਕਰਦਾ, ਸਾਰਿਆਂ ਨੂੰ ਹੰਗੋਸ਼ ਵਿੱਚ ਸਮੇਟਦਾ ਹੈ। ਹਾਂ, ਸਾਡਾ ਰਸਤਾ ਸੇਵਾ ਸਿਮਰਨ ਹੋਣ ਕਰਕੇ ਥੋੜਾ ਸ਼ਾਰਟਕਟ ਹੈ। ਕਰਮ ਧਰਮਾਂ 'ਚ ਸਮਾਂ ਵੱਧ ਲੱਗ ਜਾਂਦਾ ਹੈ। ਇਸ ਕਰਕੇ ਇੰਨਾ ਕੁ ਅੰਤਰ ਤੁਸੀਂ ਸਮਝ ਸਕਦੇ ਜੇ। ਕੋਈ ਨਦੀ ਛੇਤੀ ਪਹੁੰਚਦੀ ਹੈ, ਕਿਸੇ ਦਾ ਪੈਂਡਾ ਲੰਮਾ ਹੈ, ਪਰ ਪਹੁੰਚਣਗੀਆਂ ਸਮੁੰਦਰ ਤਾਈਂ। ਇਹ ਨਹੀਂ ਤੁਸੀਂ ਕਹਿ ਸਕਦੇ ਵੀ ਸੰਤ ਸਿੱਖਾਂ ਵਿੱਚ ਹੀ ਹੋਏ ਨੇ, ਸੂਫੀਆਂ 'ਚ ਨਹੀਂ ਹੋਏ, ਜਾਂ ਕ੍ਰਿਸਚਨਾਂ 'ਚ ਨਹੀਂ ਹੋ ਸਕਦੇ, ਜਾਂ ਹਿੰਦੂਆਂ 'ਚ ਨਹੀਂ ਹੋ ਸਕਦੇ। ਠੀਕ ਹੈ, ਕਿਸੇ ਨੂੰ ਆਦਤ ਪਈ ਹੈ ਲੰਮਾ ਪੈਂਡਾ ਕਰਕੇ ਮੰਜ਼ਿਲ ਤੇ ਪਹੁੰਚਣ ਦੀ, ਕੋਈ ਛੇਤੀ ਪਹੁੰਚਣਾ ਚਾਹੁੰਦਾ ਹੈ, ਇਸੇ ਤਰ੍ਹਾਂ ਚੱਲਦਾ ਹੈ। 6 ਘਰ, 6 ਗੁਰ, 6 ਉਪਦੇਸ਼। ਰੱਬ ਦੇ ਘਰ ਇਹ 6 ਮੰਨੇ ਨੇ। 6 ਹੀ ਗੁਰਾਂ ਨੇ ਵੱਖੋ ਵੱਖ ਸਿਧਾਂਤ ਇਹਨਾਂ 'ਚ ਲਿਖੇ ਨੇ। 6 ਰਸਤੇ ਦੱਸੇ ਨੇ। ਕੋਈ ਸ਼ਾਰਟਕਟ ਹੈ, ਕੋਈ ਲੰਮਾ ਰਸਤਾ ਹੈ। ਇਹਨਾਂ ਦਾ ਉਪਦੇਸ਼ ਵੱਖੋ ਵੱਖਰਾ ਹੈ, ਪਰ ਇੱਕ ਸਾਂਝੀ ਵਾਲਤਾ ਦੀ ਗੱਲ ਹੈ। ਉਹ ਕਿਹੜੀ ਹੈ? ਗੁਰ ਗੁਰ ਏਕੋ, ਵੇਸ ਅਨੇਕ। ਭਾਵੇਂ ਇਹਨਾਂ ਦੇ 6 ਦੇ ਵੇਸ ਪਹਿਰਾਵੇ ਬ੍ਰਹਮਚਾਰੀਆਂ ਦੇ ਜੋਗੀ ਨਾਲ ਨਹੀਂ ਰਲਨੇ। ਜੋਗੀਆਂ ਦਾ ਹੋਰ ਲੱਛਣ ਹੈ, ਜੰਗਮਾਂ ਦਾ ਹੋਰ ਲਿਬਾਸ ਹੈ। ਦੁਨੀਆ ਤੇ ਬੇਅੰਤ ਧਰਮ ਨੇ, ਔਰ ਹਰ ਇੱਕ ਧਰਮ ਦਾ ਵੱਖੋ ਵੱਖਰਾ ਗੁਰੂ ਹੈ, ਸਿਧਾਂਤ ਵੱਖਰਾ ਹੈ, ਮਰਿਆਦਾ ਵੱਖਰੀ ਹੈ, ਪਰ ਸਾਂਝੀ ਵਾਲਤਾ ਜ਼ਰੂਰ ਹੈ। ਉਹ ਕੀ ਹੈ? ਸਾਰੇ ਹੀ ਸਮੁੰਦਰ ਤਾਈਂ ਪਹੁੰਚਣਾ ਚਾਹੁੰਦੇ ਨੇ, ਸਾਰੇ ਹੀ ਰੱਬ ਤਾਈਂ ਪਹੁੰਚਣਾ ਚਾਹੁੰਦੇ ਨੇ। ਮਹਾਰਾਜ ਕਹਿੰਦੇ ਨੇ ਇਹ ਜਿਹੜੇ 6 ਸ਼ਾਸਤਰ ਨੇ, 6 ਇਹਨਾਂ ਦੇ ਗੁਰੂ ਨੇ, ਇਹਨਾਂ ਦਾ ਖਸਮ ਇੱਕ ਹੀ ਹੈ। ਗੁਰ ਗੁਰ ਏਕੋ, ਵੇਸ ਅਨੇਕ। ਇਹਨਾਂ ਦਾ ਗੁਰੂ ਇੱਕ ਹੀ ਹੈ, ਉਹ ਹੈ ਪਰਮਾਤਮਾ। ਸਾਰੇ ਹੀ ਉਹਦੇ ਤਾਈਂ ਪਹੁੰਚਣਾ ਚਾਹੁੰਦੇ ਨੇ।
ਕਿਸੇ ਨਾ ਕਿਸੇ ਢੰਗ ਨਾਲ ਮੰਜ਼ਿਲ ਪਰਮਾਤਮਾ ਹੈ। ਇਉਂ ਸਮਝੋ ਸ਼ਾਸਤਰ ਉਚਾਰਨ ਦੀ ਬਰਕਤ ਇਹਨਾਂ ਸਾਰਿਆਂ ਨੂੰ ਇੱਕ ਘਰ ਚੋਂ ਹੀ ਮਿਲੀ ਹੋਈ ਹੈ। ਸੁਰਤੀ ਪਰਮਾਤਮਾ ਹੀ ਦਿੰਦਾ ਨਾ, ਨਲਾਇਕ ਵੀ ਉਹ ਬਣਾਉਂਦਾ ਤੇ ਹੁਸ਼ਿਆਰ ਵੀ ਉਹ ਬਣਾਉਂਦਾ ਹੈ। ਸਾਰਿਆਂ ਤੇ ਕਿਰਪਾ ਉਸ ਦੀ ਹੈ। ਕੋਈ ਜੋਗ ਕਮਾ ਰਿਹਾ ਹੈ, ਆਪੋ ਆਪਣੀ ਨਜ਼ਰ ਹੈ। ਪਤੰਜਲੀ ਸ਼ਸਤਰ ਕਹਿ ਰਿਹਾ ਹੈ ਵੀ ਕੀਰਤੀ ਸੁਣਨ ਨਾਲ, ਕੀਰਤਨ ਕਰਨ ਨਾਲ, ਗੁਣ ਗਾਉਣ ਨਾਲ ਪਹੁੰਚਿਆ ਨਹੀਂ ਜਾ ਸਕਦਾ, ਜੋਗਾ ਕਰੋਗੇ ਤੇ ਪਹੁੰਚਾਂਗੇ। ਮੰਜ਼ਿਲ ਉੱਥੇ ਵੀ ਉਹੀ ਵਿਚਾਰੀ ਹੋਈ ਹੈ ਵੀ ਰੱਬ ਤਾਈਂ ਪਹੁੰਚਣਾ ਹੈ। ਇਉਂ ਜਿੰਨੇ ਵੀ ਸ਼ਾਸਤਰ ਨੇ ਉਪਦੇਸ਼ ਵੱਖ ਹੈ। ਸਾਂਖ ਜਿਹੜਾ ਸ਼ਾਸਤਰ ਹੈ ਉਹ ਗਿਆਨ ਤੇ ਆਧਾਰਿਤ ਹੈ ਵੀ ਗਿਆਨ ਪ੍ਰਾਪਤ ਕਰੋ ਤੇ ਰੱਬ ਪ੍ਰਾਪਤ ਹੋ ਜਾਂਦਾ ਹੈ। ਨਿਆਇਕ ਜਿਹੜਾ ਉਹ ਤਰਕਵਾਦੀ ਹੈ, ਹਰ ਗੱਲ ਤੇ ਤਰਕ, ਹਰ ਗੱਲ ਤੇ ਸਵਾਲ ਖੜਾ ਕਰਨਾ। ਵਿਸ਼ੇਸ਼ਕ ਇਹ ਕਾਲਵਾਦੀ ਹੈ। ਮਿਸਾਂਸਾ ਕਹਿੰਦਾ ਹੈ ਕਰਮ ਕਰੋ, ਜਿਵੇਂ ਹਿੰਦੂ ਵੀਰ ਜ਼ਿਆਦਾਤਰ ਕਰਦੇ ਨੇ। ਪਤੰਜਲੀ ਕਹਿੰਦਾ ਵੀ ਨਾ ਕਰਮ ਕੀਤਿਆਂ ਪਹੁੰਚਣਾ, ਨਾ ਧਰਮ ਕੀਤਿਆਂ ਪਹੁੰਚਣਾ, ਫੂਕਾਨੀਆਂ ਮਾਰੀ ਜਾਓ ਵੀ ਜੋਗ ਕਰੀ ਜਾਓ। ਜੋਗ ਨਾਲ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ ਹੈ। ਤੇ ਵਿਦਾਂਤ ਜੀਵ ਤੇ ਈਸ਼ਵਰ ਨੂੰ ਇੱਕ ਸਮਝਦਾ। ਉਹ ਕਹਿੰਦਾ ਤੂੰ ਹੀ ਈਸ਼ਵਰ ਹੈ, ਤੇਰੇ ਵਿੱਚ ਹੀ ਰੱਬ ਹੈ। ਸਾਰਿਆਂ ਦੇ ਰਸਤੇ ਵੱਖਰੇ ਨੇ, ਪਰ ਧਿਆਨ ਦਿਓ ਵਿਦਾਂਤ ਦੇ ਰਚਨਹਾਰ ਵੀ ਰੱਬ ਤਾਈਂ ਪਹੁੰਚੇ ਨੇ। ਯੋਗ ਮਤ ਦਾ ਮਾਲਕ ਵੀ ਰੱਬ ਤਾਈਂ ਪਹੁੰਚਿਆ ਹੈ। ਸਾਰੀਆਂ ਹੀ ਨਦੀਆਂ ਰੱਬ ਤਾਈਂ ਪਹੁੰਚੀਆਂ ਨੇ। ਕਿਸੇ ਮਾਰਗ ਤੇ ਪੈਂਡਾ ਛੇਤੀ ਨਿਬੜ ਗਿਆ ਹੈ, ਕਿਸੇ ਮਾਰਗ ਤੇ ਲੰਮਾ ਸਮਾਂ ਲੱਗਿਆ ਹੈ। ਸੋ ਇਉਂ ਪਾਤਸ਼ਾਹ ਇੱਥੇ ਏਕਤਾ ਦਾ ਉਪਦੇਸ਼ ਦਿੰਦੇ ਨੇ। ਕਹਿੰਦੇ ਨੇ ਸਾਰੇ ਹੀ ਖਸਮ ਤਾਈਂ ਪਹੁੰਚਣਾ ਚਾਹ ਰਹੇ ਨੇ, ਤੂੰ ਵੀ ਉੱਥੇ ਪਹੁੰਚਣਾ ਚਾਹੁੰਦਾ ਹੈ। ਉਹ ਮਾਰਗ ਚੁਣ ਲੈ ਜਿਸ ਮਾਰਗ ਤੇ ਪਰਮਾਤਮਾ ਦੀ ਵਡਿਆਈ ਹੈ, ਪਰਮਾਤਮਾ ਦੀ ਕੀਰਤੀ ਹੈ। ਕਿਉਂਕਿ ਵਡਿਆਈ ਨਾਲ ਛੇਤੀ ਮਿਲਦਾ ਹੈ, ਸੇਵਾ ਨਾਲ ਛੇਤੀ ਮਿਲਦਾ ਹੈ। ਆਪਾਂ ਕਿਸੇ ਵੀ ਬੰਦੇ ਦੀ ਸਿਫਤ ਕਰੀਏ ਤੇ ਉਹ ਗਲ ਨਾਲ ਲਾ ਲੈਂਦਾ ਵੀ ਮੇਰੀ ਬੱਲੇ ਬੱਲੇ ਬੜੀ ਕਰਦਾ, ਵੀ ਵਾਧੂ ਦੀ ਅਖਬਾਰ ਮਿਲ ਪਈ ਹੈ, ਉੱਦਾਂ ਹੀ ਖਬਰਾਂ ਲਾਈ ਜਾਂਦਾ ਹੈ। ਸੇਵਾ ਕਰੀਏ ਤੇ ਫਿਰ ਵੀ ਖੁਸ਼ ਬੜੀ ਛੇਤੀ ਹੁੰਦੇ ਨੇ। ਇੱਦਾਂ ਹੀ ਰੱਬ ਦਾ ਸੁਭਾਅ ਹੈ। ਉਹਦੀ ਮਸ਼ਹੂਰੀ ਕਰੋ, ਉਹਦੀ ਵਡਿਆਈ ਕਰੋ, ਉਹਦੀ ਸੇਵਾ ਕਰੋ, ਛੇਤੀ ਮਿਲ ਪੈਂਦਾ। ਹੋਰਾਂ ਕਰਮਾਂ ਧਰਮਾਂ ਨਾਲੋਂ ਬਾਣੀ ਕਹਿ ਰਹੀ ਹੈ ਸੇਵਾ ਕਰਤ ਹੋਏ ਨੇਹ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਰੱਬ ਛੇਤੀ ਮਿਲਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ ਬਾਬਾ ਜੈ ਘਰ ਕਰਤੇ ਕੀਰਤ ਹੋਏ। ਇਹਨਾਂ ਘਰਾਂ ਦੇ ਵਿੱਚ ਜਿੱਥੇ ਕਿਤੇ ਵੀ ਕੀਰਤੀ, ਜਿੱਥੇ ਕਿਤੇ ਵੀ ਪ੍ਰਮਾਤਮਾ ਦੇ ਗੁਣ ਗਾਏ ਜਾ ਰਹੇ ਨੇ, ਸੋ ਕਰ ਰਾਖ ਵਡਾਈ ਤੋਏ। ਸਾਨੂੰ ਉਸ ਘਰ ਵਿੱਚ ਰੱਖ ਜਿੱਥੇ ਤੇਰੇ ਗੁਣ ਗਾਏ ਜਾ ਰਹੇ ਨੇ, ਕਿਉਂਕਿ ਗੁਣ ਗਾਉਣ ਨਾਲ ਛੇਤੀ ਖੁਸ਼ ਹੁੰਦਾ ਹੈ ਤੂੰ। ਸਾਨੂੰ ਉਸ ਘਰ ਦੇ ਨਾਲ ਲਗਾ ਦੇ ਜਿੱਥੇ ਤੇਰੇ ਗੁਣ ਗਾਏ ਜਾਂਦੇ ਨੇ, ਕਿਉਂਕਿ ਗੁਣ ਗਾਉਣ ਵਾਲਾ ਜਿਹੜਾ ਰਸਤਾ ਹੈ ਉਹ ਛੇਤੀ ਪਹੁੰਚਦਾ ਹੈ। ਔਰ ਇਹ ਵੀ ਧਿਆਨ ਰੱਖਿਓ ਹਰ ਨਦੀ ਸਮੁੰਦਰ ਤਾਈਂ ਨਹੀਂ ਪਹੁੰਚ ਸਕਦੀ, ਕਿਉਂਕਿ ਜਦੋਂ ਪਹਾੜਾਂ ਦੇ ਵਿੱਚੋਂ ਕੋਈ ਝਰਨਾ ਵਗਦਾ ਹੈ ਨਾ, ਕੀ ਹੈ, ਸਨੋਫਾਲ ਹੁੰਦੀ ਹੈ, ਬਰਫ਼ ਪੈਂਦੀ ਹੈ, ਟੈਂਪਰੇਚਰ ਵੱਧਦਾ, ਉਹ ਖੁਰ ਕੇ ਝਰਨਾ ਬਣ ਜਾਂਦਾ, ਹੌਲੀ ਹੌਲੀ ਨਦੀ ਦਾ ਆਕਾਰ ਬਣਦਾ ਤੇ ਪਹੁੰਚਣਾ ਸਮੁੰਦਰ ਤਾਈਂ ਹੁੰਦਾ। ਪੈਦਾ ਹੋਏ ਆਪਾਂ, ਸਾਰਿਆਂ ਦੀ ਕੋਸ਼ਿਸ਼ ਹੈ ਰੱਬ ਤਾਈਂ ਪਹੁੰਚਣ ਦੀ, ਸਮੁੰਦਰ ਤਾਈਂ ਪਹੁੰਚਣ ਦੀ, ਪਰ ਪਹਾੜਾਂ ਦੇ ਵਿੱਚ ਚੜ੍ਹਾਈ ਬੜੀ ਹੈ, ਪੱਥਰ ਬੜੇ ਨੇ, ਉਤਾਰ ਚੜ੍ਹਾਵ ਬੜੇ ਜੀਵਨ ਵਿੱਚ ਆਉਂਦੇ ਨੇ। ਇੱਕ ਨਦੀ ਪਹਾੜ ਚੜ੍ਹਦੀ ਹੈ, ਫਿਰ ਉਤਰਦੀ ਹੈ, ਪੱਥਰਾਂ ਨਾਲ ਟਕਰਾਉਂਦੀ ਹੈ, ਮੁਸ਼ੱਕਤ ਘਾਲ ਕੇ ਅੰਤ ਨੂੰ ਸਮੁੰਦਰ ਤਾਈਂ ਪਹੁੰਚ ਜਾਂਦੀ ਹੈ। ਪਰ ਕਈ ਨਦੀਆਂ ਪਹਾੜ ਸਾਰੀ ਨਹੀਂ ਕਰ ਪਾਉਂਦੀਆਂ, ਪੱਥਰਾਂ ਨਾਲ ਟਕਰਾ ਕੇ ਉੱਥੇ ਹੀ ਰਹਿ ਗਈਆਂ, ਸੁੱਕ ਗਈਆਂ, ਖੱਪ ਗਈਆਂ, ਮੁੱਕ ਗਈਆਂ। ਜ਼ਿਆਦਾਤਰ ਦੁਨੀਆ ਵਿੱਚ ਸਾਡੇ ਵਰਗੇ ਉਹ ਨੇ ਜਿਹੜੇ ਖੱਪ ਗਏ ਨੇ, ਟੁੱਟ ਗਏ ਨੇ। ਬਹਾਨੇ ਕਈ ਨੇ ਜੀ, ਦੁੱਖ ਬੜੇ ਨੇ, ਮਨ ਨਹੀਂ ਟਿਕਦਾ ਗੁਣ ਗਾਉਣ ਵਿੱਚ,
ਦੁੱਖਾਂ ਦੀ ਚੜ੍ਹਾਈ ਨੇ ਡੱਕ ਲਿਆ ਹੈ, ਗੁਰੂ ਨਾਨਕ ਤਾਈਂ ਪਹੁੰਚ ਨਹੀਂ ਪਾਏ। ਪਹੁੰਚਿਆ ਉਹ ਹੈ ਜਿਨੇ ਮੁਸ਼ੱਕਤ ਘਾਲੀ ਹੈ, ਹਾਰ ਨਹੀਂ ਮੰਨੀ। ਰੱਬ ਕੋਈ ਇਹ ਨਹੀਂ ਵੀ ਵੇਲ ਨੂੰ ਅੰਗੂਰ ਲੱਗੇ ਨੇ ਛਾਲ ਮਾਰ ਕੇ ਲੈ ਜਾਵੇ, ਏਡਾ ਸੌਖਾ ਕੰਮ ਨਹੀਂ ਹੈ। ਰੱਬ ਅਮੁੱਲਾ ਹੈ, ਤੇ ਜਿਨ੍ਹਾਂ ਵਸਤੂਆਂ ਦਾ ਕੋਈ ਮੁੱਲ ਹੈ ਉਹ ਵੀ ਤੁਹਾਨੂੰ ਚਾਹੀਦੀਆਂ ਹੋਣ ਤੇ ਮੁੜਕਾ ਵਹਾਉਣਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਕਾਰ ਚਾਹੀਦੀ ਹੈ, ਕੋਠੀ ਚਾਹੀਦੀ ਹੈ, ਹੱਡ ਭੰਨਦੇ ਜੇ ਨਾ, ਤੇ ਰੱਬ ਦੀ ਤੇ ਕੀਮਤ ਹੀ ਕੋਈ ਨਹੀਂ। ਦੁਨੀਆ ਦੀ ਸਾਰੀ ਜਾਇਦਾਦ ਇਕੱਠੀ ਕਰਕੇ ਵੀ ਕਿਸੇ ਨੂੰ ਦੇ ਦਿਓ ਵੀ ਰੱਬ ਖਰੀਦਣਾ, ਰੱਬ ਮਿਲ ਜਾਵੇ, ਨਹੀਂ ਮਿਲੇਗਾ, ਕੀਮਤ ਹੈ ਹੀ ਨਹੀਂ ਉਹਦੀ। ਤੇ ਏਡੀ ਬੇਸ਼ਕੀਮਤੀ ਵਸਤੂ ਚਾਹੁੰਦੇ ਜੇ ਤੇ ਫਿਰ ਮੁੜਕਾ ਤੇ ਵਹਾਉਣਾ ਪੈਣਾ, ਚੌਂਕੜੇ ਤੇ ਮਾਰਨੇ ਪੈਣੇ ਨੇ, ਮੁਸ਼ੱਕਤਾਂ ਤੇ ਘਾਲਣੀਆਂ ਪੈਣੀਆਂ ਨੇ। ਭਾਵੇਂ ਫਰੀਦ ਜੀ ਨੂੰ ਪੁੱਛ ਲਓ, ਫਰੀਦ ਜੀ ਨੇ ਇੱਕ ਬਚਨ ਕੀਤਾ ਹੈ, ਕਹਿੰਦੇ ਸੁਣਿਆ ਹੈ ਰੱਬ ਦੂਰ ਹੈ, ਵੀ ਔਖਾ ਮਿਲਦਾ ਹੈ। ਦੂਰ ਤੋਂ ਭਾਵੇਂ ਨਹੀਂ ਵੀ ਕਿਤੇ ਜੰਗਲਾਂ 'ਚ ਰਹਿੰਦਾ ਹੈ, ਤੇ ਅੰਦਰ ਹੀ ਹੈ, ਪਰ ਸਭ ਤੋਂ ਔਖੀ ਝਾਤ ਅੰਦਰ ਹੀ ਮਾਰਨੀ ਹੈ। ਲੋਕਾਂ ਵੱਲ ਵੇਖਣਾ ਬੜਾ ਸੌਖਾ ਹੈ, ਲੋਕਾਂ ਦੇ ਨੁਕਸ ਕੱਢਣੇ ਬੜੇ ਸੌਖੇ ਨੇ, ਅੰਦਰ ਧਿਆਨ ਦੇਣਾ ਔਖਾ ਹੈ। ਫਰੀਦ ਜੀ ਕਹਿੰਦੇ ਸੁਣਿਆ ਹੈ ਔਖਾ ਮਿਲਦਾ ਹੈ, ਔਰ ਇਹ ਵੀ ਸੁਣਿਆ ਹੈ ਵੀ ਚੱਲਦਿਆਂ ਚੱਲਦਿਆਂ ਥੱਕ ਜਾਈਦਾ ਹੈ, ਟੁੱਟ ਜਾਈਦਾ, ਸਮੁੰਦਰ ਦੂਰ ਹੈ। ਤੇ ਕਿਸੇ ਨੇ ਆਖਿਆ ਫਰੀਦਾ ਜਦੋਂ ਥੱਕ ਗਿਆ ਕੀ ਕਰੇਗਾ? ਤੇ ਫਰੀਦ ਜੀ ਕਹਿੰਦੇ ਫਰੀਦਾ ਪੈਰੀਂ ਜੁੱਲਾਂ ਵਾਹਿਗੁਰੂ। ਫਰੀਦ ਜੀ ਉੱਥੇ ਜ਼ਿਕਰ ਕਰਦੇ ਨੇ, ਜੇ ਮੂੰਹ ਪਿਰੀ ਮਿਲਨ, ਜੇ ਖਸਮ ਦੇ ਮਿਲਦੀ ਆਸ ਹੋਵੇ ਨਾ, ਪੈਰੀਂ ਥੱਕਾਂ ਸਿਰ ਜੁੱਲਾਂ, ਜੇ ਮੂੰਹ ਪਿਰੀ ਮਿਲਨ। ਕਹਿੰਦਾ ਜੇ ਪੈਰਾਂ ਨਾਲ ਕਦਮਾਂ ਨਾਲ ਚੱਲਦਾ ਥੱਕ ਵੀ ਗਿਆ ਤੇ ਸਿਰ ਦੇ ਭਾਰ ਵੀ ਚੱਲਾਂਗਾ, ਖਸਮ ਤੇ ਪਾਉਣਾ ਹੀ ਪਾਉਣਾ ਹੈ। ਮਤਲਬ ਇਹ ਹੈ ਵੀ ਇੱਕੇ ਦਿਨ ਜਪਜੀ ਸਾਹਿਬ ਪੜ੍ਹ ਕੇ ਆਖੋ ਵੀ ਹੁਣ ਸੰਤ ਅਤਰ ਸਿੰਘ ਬਣ ਜਾਈਏ, ਸੰਤ ਜਰਨੈਲ ਸਿੰਘ ਬਣ ਜਾਈਏ, ਇਹ ਗੱਲ ਏਡੀ ਸੌਖੀ ਨਹੀਂ ਬਣਦੀ। 101 ਜਪਜੀ ਸਾਹਿਬ ਕਰਦਾ ਰਿਹਾ ਹੈ ਬਾਬਾ ਜਰਨੈਲ ਸਿੰਘ, ਐਵੇਂ ਉਹਦੀ ਜ਼ੁਬਾਨ ਪਿੱਛੇ ਲੱਖਾਂ ਸਿਰ ਦੇਣ ਵਾਲੇ ਨਹੀਂ ਸੀ ਤਿਆਰ ਹੋਏ। ਆ ਤੁਸੀਂ ਗਰਮ ਸਪੀਚ ਕਰ ਲਓ, ਜਿਹੜੇ ਕਹਿੰਦੇ ਨਾ ਸਿਮਰਨ 'ਚ ਤਾਕਤ ਨਹੀਂ, ਸਿਮਰਨ ਦੀ ਤਾਕਤ ਵੇਖਣੀ ਹੈ ਤੇ ਬਾਬੇ ਜਰਨੈਲ ਸਿੰਘ ਦੀ ਜ਼ੁਬਾਨ ਵਿੱਚ ਵੇਖ। ਆ ਤੁਸੀਂ ਸਪੀਚ ਕਰ ਲਓ, ਚਲੋ ਪੰਥ ਦੀ ਮਸਲਾ ਖੜਾ ਹੋ ਗਿਆ, ਸਿੰਘੋ ਸਿਰ ਦੇਣਾ, ਸਾਰਿਆਂ ਘਰਾਂ ਨੂੰ ਭੱਜ ਜਾਣਾ, ਇੱਕ ਵੀ ਨਾਲ ਨਹੀਂ ਤੁਰੇਗਾ। ਕਿਉਂ ਨਹੀਂ ਤੁਰਿਆ? ਕਿਉਂਕਿ ਸਿਮਰਨ ਨਹੀਂ ਸੀ ਆਪਣਾ। ਜਿਹਦੇ ਕੋਲ ਸਿਮਰਨ ਹੈ, ਜਿਹਦੀ ਜ਼ੁਬਾਨ ਤੇ ਅੱਠੋ ਪਹਿਰ ਗੁਰੂ ਨਾਨਕ ਬਹਿੰਦਾ ਹੈ, ਅੱਠੋ ਪਹਿਰ ਗੁਰੂ ਨਾਨਕ ਨੂੰ ਜਿਹਨੇ ਜਪਿਆ, ਇੱਕ ਦਿਨ ਐਸਾ ਆ ਜਾਂਦਾ ਪ੍ਰਭ ਜੀ ਬਸੈ ਸਾਧ ਕੀ ਰਸਨਾ, ਜ਼ੁਬਾਨ ਤੇ ਹੀ ਵਸ ਗਿਆ ਹੈ। ਤੇ ਜਿਹੜੀ ਜ਼ੁਬਾਨ ਤੇ ਰੱਬ ਵਸਿਆ ਹੈ, ਫਿਰ ਜਦੋਂ ਸਟੇਜ ਤੇ ਚੜ੍ਹ ਕੇ ਆਖੇ ਨਾ ਚਲੋ ਸਿੰਘੋ ਸਿਰ ਦੇਣਾ ਹੈ, ਤੇ ਫਿਰ ਇੱਕ ਦੂਜੇ ਨੂੰ ਅੱਗੇ ਹੋ ਕੇ 84 ਵਿੱਚ ਸਿਰ ਦਿੱਤੇ ਨੇ ਸਿੰਘਾਂ ਨੇ। ਸਪੀਚ ਤੇ ਅੱਜ ਕਥਾ ਤੇ ਮੇਰੇ ਵਰਗੇ ਕਈ ਗਰਮ ਕਰਦੇ ਨੇ, ਕੋਈ ਉੱਠਦਾ ਸਿਰ ਦੇਣ ਲਈ? ਸਿਮਰਨ ਦੀ ਤਾਕਤ ਹੈ, ਜਿਹੜੀ ਜ਼ੁਬਾਨ ਤੇ ਸਿਮਰਨ ਹੈ, ਉਹਨਾਂ ਲੱਖਾਂ ਨਾਲ ਸਿਰ ਲਾਏ ਨੇ, ਉਹਨਾਂ ਲੱਖਾਂ ਦੇ ਸਿਰ ਲਾਏ ਨੇ। ਸਿਮਰਨ ਕਰਨਾ ਪੈਂਦਾ ਉੱਥੋਂ ਤੱਕ ਪਹੁੰਚਣ ਲਈ, ਏਡਾ ਸੌਖਾ ਕੰਮ ਨਹੀਂ ਹੈ, ਚੌਂਕੜੇ ਲਾਉਣੇ ਪੈਂਦੇ ਨੇ। ਅਸੀਂ ਤੇ ਇੱਕ ਵਾਰ ਹੀ ਜਪਜੀ ਸਾਹਿਬ ਕਰਕੇ ਕਹਿੰਦੇ ਜੇ ਅਗਲੇ ਦਿਨ ਦੋਖਾ ਜੇ ਲਓ ਜੀ, ਕੋਈ ਫਾਇਦਾ ਤੇ ਹੋਇਆ ਨਹੀਂ। ਅਸੀਂ ਜਪਜੀ ਸਾਹਿਬ ਕੀਤਾ, ਕੋਈ ਫਾਇਦਾ ਤੇ ਹੋਇਆ ਨਹੀਂ। ਤੇ ਮੈਂ ਫਿਰ ਕਹਿ ਦੇਵਾਂ, ਮੈਲ ਜਨਮਾਂ ਜਨਮਾਂਤਰਾਂ ਦੀ ਹੈ, ਇੱਕ ਵਾਰ ਸਰਫ ਮਾਰਿਆ ਸਾਬਣ ਮਾਰਿਆ ਨਹੀਂ ਲੈਣੀ ਏ। ਮੁਸ਼ੱਕਤ ਘਾਲਣੀ ਪੈਂਦੀ ਹੈ, ਚੌਂਕੜੇ ਲਾਉਣੇ ਪੈਂਦੇ ਨੇ, ਬੰਦਗੀ ਕਰਨੀ ਪੈਂਦੀ ਹੈ, ਤੇ ਕਈ ਵਾਰ ਮਨ ਮਾਰਨਾ ਪੈਂਦਾ ਹੈ। ਜੋਬ ਤੇ ਜਾਂਦੇ ਜੇ ਨਾ ਰੋਜ਼, ਨਹੀਂ ਵੀ ਦਿਲ ਕਰਦਾ, ਪਰ ਮਾਰੀ ਦਿਆਂ ਲੱਗੇ ਜਾਂ ਨਾ ਲੱਗੇ, ਇਹਨੂੰ ਲਾਉਣਾ ਪੈਣਾ ਹੈ, ਮਨ ਮਾਰਨਾ ਪੈਣਾ ਹੈ।
ਜਿਵੇਂ ਤਨ ਨੂੰ ਵੀ ਲੈ ਪੈਂਦਾ ਕਈ ਵਾਰ। ਰਸਤਾ ਔਖਾ ਹੈ। ਫਰੀਦ ਜੀ ਕਹਿ ਰਹੇ ਨੇ, ਪੈਰੀਂ ਥੱਕਾਂ ਸਿਰ ਜੁੱਲਾਂ ਜੇ ਮੂੰਹ ਪਿਰੀ ਮਲਨ। ਇੱਥੇ ਨਹੀਂ ਆਖਿਆ ਪੈਰ ਸਿਰ ਭੰਨ ਲਓ, ਮਤਲਬ ਉਹਨਾਂ ਦਾ ਇਹ ਹੈ ਵੀ ਮੁਸ਼ੱਕਤ ਘਾਲਣੀ ਪੈਂਦੀ ਹੈ, ਯਾਦ ਵਿੱਚ ਬਹਿਣਾ ਪੈਂਦਾ, ਚੌਂਕੜੇ ਲਾਉਣੇ ਪੈਂਦੇ ਨੇ, ਤੇ ਫਿਰ ਕਿਤੇ ਜਾ ਕੇ ਪਹੁੰਚਿਆ ਜਾ ਸਕਦਾ। ਜਿਹੜੀ ਨਦੀ ਨੇ ਹਿੰਮਤ ਹਾਰ ਦਿੱਤੀ ਵੀ ਚੜ੍ਹਾਈ ਬੜੀ ਹੈ, ਸਮੁੰਦਰ ਤਾਈਂ ਨਹੀਂ ਪਹੁੰਚ ਸਕੀ। ਅੱਜ ਵੀ ਤੁਸੀਂ ਵੇਖ ਲਓ, ਛੋਟੇ ਛੋਟੇ ਲੇਕ ਪਹਾੜਾਂ ਵਿੱਚ ਬਣੇ ਨੇ, ਸਮੇਂ ਨਾਲ ਵੈਪੋਰੇਟ ਹੋਣਗੇ, ਸੁੱਕਦੇ ਜਾਣਗੇ, ਵੈਪੋਰੇਸ਼ਨ ਹੋਣੀ ਹੈ, ਸੁੱਕਣਗੇ। ਖਲੋਤਾ ਪਾਣੀ ਹੈ, ਮੁਸ਼ਕ ਮਾਰ ਜਾਵੇਗਾ, ਕਿਸੇ ਨੇ ਪੀਣਾ ਨਹੀਂ। ਪਰ ਜਿਹੜੀ ਨਦੀ ਵਗਦੀ ਹੈ ਉਹਨੂੰ ਪੀਂਦੇ ਵੀ ਨੇ ਤੇ ਉਹ 'ਚ ਇਸ਼ਨਾਨ ਵੀ ਹੈ, ਉਹਦੇ ਸੰਗੀ ਵੀ ਵੱਧ ਨੇ। ਜਿਹੜਾ ਪਹੁੰਚ ਗਿਆ ਉਹਦੇ ਨਾਲ ਹੋਰ ਵੀ ਕਈ ਪਹੁੰਚ ਜਾਂਦੇ ਨੇ, ਜਿਹੜਾ ਰੁਕ ਗਿਆ ਉਹਦੇ ਨਾਲ ਸਾਰੇ ਹੀ ਰੁਕ ਜਾਣਗੇ। ਤੁਰੇ ਸਾਰੇ ਹੀ ਸਾਂ, ਝਰਨੇ ਸਾਰੇ ਹੀ ਤੁਰੇ ਨੇ ਪਹਾੜਾਂ ਵਿੱਚੋਂ, ਪਰ ਕਈ ਸਰ ਕਰ ਗਏ ਤੇ ਕਈ ਪਹੁੰਚ ਨਹੀਂ ਸਕੇ। ਪਹੁੰਚੇ ਤਾਂ ਨਹੀਂ, ਦੁੱਖਾਂ ਅੱਗੇ ਹਾਰ ਮੰਨ ਲਈਏ। ਅਸੀਂ ਵੀ ਕਹਿ ਦਿੰਦੇ ਦੁੱਖ ਬੜੇ ਨੇ, ਬਾਣੀ ਕਿਵੇਂ ਪੜ੍ਹੀਏ। ਪਰ ਜੇ ਦੁੱਖਾਂ ਤੇ ਜਿੱਤ ਹਾਸਲ ਕਰਨੀ ਹੈ, ਮਨ ਮਾਰਨਾ ਪੈਣਾ। ਮਾਇਆ ਕਮਾਉਣ ਲਈ ਵੀ ਤੇ ਮਾਰਿਆ ਹੀ ਹੈ ਨਾ, ਇੱਦਾਂ ਬਾਣੀ ਕਮਾਉਣ ਲਈ ਵੀ ਮਾਰ ਲਵੋ। ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਨੇ, ਪਹੁੰਚਣਾ ਹਰ ਕੋਈ ਉੱਥੇ ਚਾਹੁੰਦਾ ਹੈ, ਪਰ ਰਸਤਾ ਇਹ ਹੈ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਸਭ ਤੋਂ ਸੌਖਾ ਰਸਤਾ ਇਹ ਹੈ, ਜਿਹੜੇ ਘਰ ਵਿੱਚ ਉਸ ਦਾ ਨਾਮ ਜਪਿਆ ਜਾ ਰਿਹਾ ਹੈ, ਸੋ ਕਰ ਰਾਖ ਵਡਾਈ ਤੋਏ। ਬਾਬਾ ਇੱਥੇ ਕਿਹਾ ਪਰਮਾਤਮਾ ਨੂੰ, ਬਜ਼ੁਰਗ ਹੈ, ਕਿਉਂਕਿ ਸਾਡੇ ਸਾਰਿਆਂ ਨਾਲੋਂ ਵੱਡਾ ਹੈ। ਹੇ ਬਜ਼ੁਰਗੀ ਦੇ ਮਾਲਕ ਪਰਮਾਤਮਾ, ਜਿਸ ਵੀ ਸ਼ਾਸਤਰ ਵਿੱਚ, ਜਿਸ ਵੀ ਭੇਖ ਵਿੱਚ, ਜਿਸ ਵੀ ਦੇਸ਼ ਵਿੱਚ, ਜਿਸ ਵੀ ਘਰ ਵਿੱਚ ਤੇਰੀ ਵਡਿਆਈ ਹੁੰਦੀ ਹੈ, ਰੱਬ ਦਾ ਵਾਸਤਾ ਹੀ ਮਨ ਨਹੀਂ ਟਿਕਦਾ, ਸਾਨੂੰ ਉੱਥੇ ਟਿਕਾ ਦੇ, ਸਾਨੂੰ ਉੱਥੇ ਬਿਠਾ ਦੇ, ਸਾਡਾ ਮਨ ਉੱਥੇ ਟਿਕ ਜਾਵੇ। ਸੋ ਕਰ ਰਾਖ ਵਡਾਈ ਤੋਏ, ਮੈਨੂੰ ਟਿਕਾ ਕੇ ਰੱਖੀ। ਟਿਕਣ ਦਾ ਹੀ ਰੌਲਾ ਹੈ, ਟਿਕਦਾ ਹੀ ਤੇ ਹੈ ਨਹੀਂ ਹੈ। ਤੇ ਜਿਹੜੇ ਜੁਗਤੀ ਪੁੱਛਦੇ ਨੇ ਮਨ ਨਹੀਂ ਟਿਕਦਾ, ਆ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਵੀ ਤਰੀਕਾ ਇਹ ਹੈ, ਬਾਬਾ ਉਹ ਜੋ ਅਕਾਲ ਪੁਰਖ ਹੈ ਉਹਦਾ ਰੋਜ਼ ਤਰਲਾ ਲਿਆ ਕਰੋ ਵੀ ਸਾਨੂੰ ਟਿਕਾ ਦੇ। ਇਹੀ ਇੱਕ ਰਸਤਾ ਹੈ, ਹੋਰ ਕੋਈ ਕੁੰਡੀ ਨਹੀਂ। ਆਖਣਗੇ ਜੀ ਕੁੰਡੀ ਦੱਸੋ, ਕੁੰਡੀਆਂ ਸਭ ਗੁਰੂ ਗ੍ਰੰਥ ਸਾਹਿਬ ਦੱਸ ਰਹੇ ਨੇ। ਰਸਤਾ ਇਹੀ ਹੈ। ਮਾਇਆ ਕਮਾਉਣ ਲੱਗਿਆ ਮਨ ਲਾਇਆ ਹੈ ਤੂੰ। ਕਦੇ ਕਿਸੇ ਨੂੰ ਨਹੀਂ ਪੁੱਛਿਆ ਵੀ ਮਨ ਨਹੀਂ ਲੱਗਦਾ ਡਾਲਰ ਕਮਾਉਣ ਵਿੱਚ, ਧੱਕੇ ਨਾ ਲਾਉਣਾ ਹੈ ਤੂੰ। ਬਾਣੀ ਵਿੱਚ ਵੀ ਇਦਾਂ ਧੱਕੇ ਨਾਲ ਹੀ ਲਾਉਣਾ ਪੈਂਦਾ ਹੈ। ਸੋ ਪਾਤਸ਼ਾਹ ਕਹਿੰਦੇ ਨੇ, ਅਰਦਾਸ ਕਰਿਆ ਕਰੋ, ਕੀਰਤੀ ਜਿਸ ਘਰ ਵਿੱਚ ਹੋ ਰਹੀ ਹੈ। ਕਿੱਥੇ ਹੁੰਦੀ ਹੈ ਰੱਬ ਦੀ ਉਸਤਤ? ਉਹ ਹੈ ਸਤ ਸੰਗਤ। ਜਿੰਨੇ ਵੀ ਘਰ ਨੇ, ਜਿੰਨੇ ਵੀ ਧਰਮ ਨੇ, ਕਹਿੰਦੇ ਸਾਨੂੰ ਉੱਥੇ ਰੱਖੀ ਜਿੱਥੇ ਤੇਰੀ ਵਡਿਆਈ ਹੋ ਰਹੀ ਹੈ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਸਾਨੂੰ ਉੱਥੇ ਰੱਖ ਲੈ ਜਿੱਥੇ ਤੇਰੀ ਵਡਿਆਈ ਹੈ। ਦੇਖੋ ਰਿਸ਼ੀ ਵਿਆਸ, ਇਹ ਜਿਹੜਾ ਵਿਆਸ ਰਿਸ਼ੀ ਹੋਇਆ ਹੈ, ਇਸ ਮਹਾਂਪੁਰਸ਼ ਨੇ ਵੀ ਸ਼ਾਸਤਰ ਲਿਖਿਆ ਹੈ। ਹੁਣ ਵਿਆਸ ਵੀ ਰੱਬ ਤਾਈਂ ਪਹੁੰਚਿਆ ਸੀ। ਇਹ ਨਹੀਂ ਤੁਸੀਂ ਕਹਿ ਸਕਦੇ ਵੀ ਵਿਆਸ ਰੱਬ ਤਾਈਂ ਨਹੀਂ ਪਹੁੰਚਿਆ। ਉਹਦਾ ਸੁਭਾਅ ਸੀ, ਉਹ ਕਥਾ ਤੇ ਕੀਰਤਨ ਵਿੱਚ ਬਲੀਵ ਕਰਦਾ ਸੀ, ਰੱਬ ਦੇ ਗੁਣ ਗਾਉਣ ਵਿੱਚ। ਵਿਆਸ ਦੀ ਸੋਚ ਇਹ ਸੀ, ਗਿਆਨ ਦੁਆਰਾ, ਕਥਾ ਦੁਆਰਾ, ਕੀਰਤਨ ਦੁਆਰਾ ਮੁਕਤੀ ਪਾਈ ਜਾ ਸਕਦੀ ਹੈ। ਇਹ ਰਸਤਾ ਵਿਆਸ ਨੇ ਚੁਣਿਆ। ਪਰ ਹੁਣ ਜਿਹੜਾ ਇਹ ਰਸਤਾ ਹੈ, ਬਿਆਸ ਮਹਿ ਲੇਖੀ ਹੈ। ਜੇ ਰੱਬ ਨਹੀਂ ਸੀ ਬਿਆਸ ਵਿੱਚ ਤੇ ਬਾਣੀ ਕਿਉਂ ਕਹਿ ਰਹੀ ਹੈ ਬਿਆਸ ਮਹਿ ਲੇਖੀ ਹੈ, ਸਨਕ ਮਹਿ ਪੇਖੀ ਹੈ। ਵੀ ਬਿਆਸ 'ਚ ਵੀ ਰੱਬ ਵਸਿਆ, ਬਿਆਸ ਨੇ ਵੀ ਰੱਬ ਪਾਇਆ, ਸਨਕ ਸਨੰਦ ਨੇ ਵੀ ਰੱਬ ਪਾਇਆ। ਨਾਮ ਕੀ ਨਾਮ ਨਾ ਸਬਤ ਦੀਪਾ। ਸੱਤਾਂ ਦੀਪਾਂ ਤੇ ਕਿਤੇ ਚਲੇ ਜਾਓ, ਨਾਮ ਦੀ ਵਡਿਆਈ ਹਰ ਜਗ੍ਹਾ ਹੈ। ਹਰ ਜਗ੍ਹਾ ਹੀ ਉਸ ਨੂੰ ਜਪਣ ਵਾਲੇ ਮਿਲਣਗੇ, ਹਰ ਜਗ੍ਹਾ ਹੀ ਉਸ ਦੀ ਪ੍ਰਾਪਤੀ ਵਾਲੇ ਮਿਲਣਗੇ। ਜੇ ਬਿਆਸ ਨਹੀਂ ਪਹੁੰਚਿਆ ਤੇ ਮਹਾਰਾਜੇ ਕਦੇ ਵੀ ਨਾ ਲਿਖਦੇ।
गुरु ग्रंथ साहिब ये कदे ना लिखते पहुंचा है, गुण गावै मुन ब्यास जिन वेद व्याकरण विचारी। जिन्हें वेद उचारे हुए ने, व्याकरण का महान धुरंधर कवि है, विद्वान है, गुण गावै वो भी गुण गा रहा है, ते गाउण वाला हमेशा ही पा लैंदा है। गाउण वाले नूं हमेशा ही रब मिलिया। आ जिन्नी बाणी है सारे गा ही रहे ने ना, ये सारे गा के ही पाया है। गा के रब कहंदे मिल पैंदा, गुण गाउण नाल मिल पैंदा। जिहड़ा गौतम ऋषि है, गो प्रकाश नूं कहंदे ने ते तम हनेरा, हनेरे नूं अग्यान दे हनेरे नूं खाण वाला। ये जिहड़ा शब्द है ना महंगा शब्द है। ये पढ़ते आपां सारे हैं पर अर्थां दा पता नहीं लगता ज़्यादातर। ये समझियो ये नदियां दे रस्ते वख वख ने। कीर्तन ते कथा दी हामी भरी है व्यास ऋषि ने, ते जेड़ा गौतम ऋषि होया है वो कहंदा है भी ज्ञान प्राप्त कर लो, दुनिया का ज्ञान प्राप्त कर लो। जदों ज्ञान आ गया अज्ञान आपे ही खत्म हो जाता है। हर वस्तु का ज्ञान चाहिए तुहानूं। ये क्यों है, कादे लई हो रहा है, सानू ज्ञान चाहिए। पर व्यास नालों विचारधारा वखरी है। वो कीर्ति गाउण की गल करदा है, गा के पाओ, ये कहंदा नहीं ज्ञान चाहिए। विचार वखरी हो गई तो शास्त्र आपे वखरा हो जाना सी। इन्हें वखरे तरह पाया, पहुंचया गौतम। गौतम ने भी रब पाया, पहुंचया व्यास भी है, पहुंचया गौतम भी है। पर यह कहंदा है जिहड़ी कर्मां दी मैल है ना, ये कुछ भी नहीं है। कर्मां दी मैल नूं गौतम नहीं मानदा, कहंदा अज्ञान ही मैल है। तुहानूं ज्ञान नहीं है, बस यही मैल है। ज्ञान बड़ा जरूरी है। वैसे पशु की खुरली विच ना, पंजाब विच तुसीं वेख्या है भी डंगरां नूं जदों पट्ठे पाउंदे ने ना खुरली विच, ते उहदे विच किते 2-4 सोने दे गहणे सुੱਟ दो, ते डंगर नूं गहणिਆਂ दा कोई समझ नहीं, कोई ज्ञान नहीं है। उन्हें पट्ठे ही खाने ने, गहणे नहीं खावेगा। वो ज्ञान नहीं है। बंदे नूं उसे खुरली अगे बंद दो, पट्ठिਆਂ तो की लैना, सोना चुक के भज जावेगा। ज्ञान है ते कीमत है, रब का ज्ञान नहीं। इसे करके सानू अज तक उहदी कीमत नहीं पता लग पा रही। ये कहंदा ज्ञान ही सब कुछ है। और ये भी पहुंचया जे, इहदा भी खंडन नहीं किया जा सकता। ज्ञान वाले भी पहुंचते ने। गौतम ज्ञान ते बैठा है, व्यास कीर्ति ते जस ते कथा ते बैठा होया है। गौतम कह रहा काम क्रोध दी कर्मां दी मैल नहीं हुंदी, अज्ञानी ही मैला है। अज्ञानी पशु वर्गा है, उन्होंने सोने का नहीं पता, ना मिट्टी का पता है। सोने नालों वध तवज्जो मिट्टी नूं दे रहा है, पट्ठिਆਂ नूं दे रहा है। ਜਿਹੜੇ ਬੰਦੇ ਕੋਲ ਗਿਆਨ नहीं हो इदां दा रब नूं छड्ड के कबरां ते भज्जे फिरदे ने। कोई पत्थरां पिछे भज्जा फिरदा है, सोना छड्ड के मिट्टी फरोलदे फिरदे ने। ज्ञान ही साधना है। गौतम का सुभाਅ ये है। पतंजलि ऋषि कहंदा भी ना कीर्तन की लोड़ है, ना कथा की लोड़ है, ना ज्ञान की लोड़ है। वो कहंदा भी ला लो चौंकड़ा दे जोग करी जाओ, जोग नाल पहुंचया जाना। मैਡੀਟੇਸ਼ਨ करो, कहंदा सुनिया कर लो सुरत नूं, ख्याल सारे बन्ने संकोचने करो। योग दियां विधियां नाल कहंदा पहुंचया जा सकता है। हुण देखो ये रस्ते वख ने, इन्हां दे एक दूजे नाल मेल नहीं खा रहे। कीर्तन कथा जप तप दा कहंदा कोई फायदा नहीं है। पतंजलि कहंदा रब दा रस लैना जे ते जोग करो। जिद्दां एक हुण बाबा नहीं, वो पुट्ठा सिद्धा जिहा हुंदा रहिंदा। हुण ते वैसे वो बिजनेसमैन बन गया, समान भी बड़ा वेचदा। ना मैं तां नहीं लैंदा हुंदा भी तुसीं चेचा वेखण जाना भी किहड़ा बाबा है, उहदी होर मशहूरी हो जानी है। खैर इदां असीं कई वार असीं आप मशहूरी कर बैठे हैं। संकोच करना चाहिए। दीन दुनिया के पातशाह ये गल समझाउंदे ने, पतंजलि का रस्ता होर है। पतंजलि होर मार्ग ते चलिया, गौतम होर ते चलिया, व्यास होर बने तुरिया फिरदा है। इउं जिन्ने भी वेदां शास्त्रां नूं कथन वाले ने, उन्हां ने रस्ते वखो वख सन। मंजिल परमात्मा सी। गुरु साहब कहंदे सारियां च ही रब वसदा सी, भावें कि विचार उन्हां दी वखो वखरी है। हर नदी समुंदर ताईं पहुंचना चाहुंदी सी,
ਤੇ ਮਹਾਰਾਜ ਮੈਨੂੰ ਉਸ ਨਦੀ ਦੇ ਵਹਾਅ ਵਿੱਚ ਲੈ ਜਾ ਜਿੱਥੇ ਕੇਵਲ ਤੇਰੀ ਕੀਰਤੀ ਹੋ ਰਹੀ ਹੈ, ਕੇਵਲ ਤੇਰੀ ਵਡਿਆਈ ਹੋ ਰਹੀ ਹੈ, ਕਿਉਂਕਿ ਇਹੀ ਸ਼ਾਰਟ ਰਸਤਾ ਹੈ, ਇਹੀ ਸ਼ਾਰਟਕਟ ਹੈ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਈਰਖਾ ਵਿੱਚ ਸਾਰਿਆਂ ਨੂੰ ਹੀ ਮਾੜਾ ਕਹਿ ਰਹੇ ਹਾਂ। ਗੁਰੂ ਨਾਨਕ ਸਾਹਿਬ ਨੇ ਈਰਖਾ ਖਤਮ ਕੀਤੀ ਹੈ। ਗੁਰ ਗੁਰ ਏਕੋ ਵੇਸ ਅਨੇਕ, ਭਾਵੇਂ ਪਤੰਜਲੀ ਦਾ ਵੇਸ ਹੋਰ ਹੈ, ਬਿਆਸ ਦਾ ਵੇਸ ਹੋਰ ਹੈ, ਸਿੱਖ ਦਾ ਭੇਖ ਹੋਰ ਹੈ, ਮੁਸਲਮਾਨ ਦਾ ਹੋਰ ਹੈ, ਕਹਿੰਦੇ ਪਰ ਸਾਰਿਆਂ ਦਾ ਮਾਲਕ ਤੇ ਖੁਦਾ ਹੈ ਨਾ, ਸਾਰਿਆਂ ਦਾ ਮਾਲਕ ਤੇ ਪਰਮਾਤਮਾ ਹੈ ਨਾ। ਠੀਕ ਹੈ, ਕੋਈ ਲੰਮੇ ਰਸਤੇ ਪਹੁੰਚਣਾ ਚਾਹੁੰਦਾ, ਜਾਣ ਦਿਓ, ਤੁਸੀਂ ਸ਼ਾਰਟਕਟ ਲੈ ਲਓ, ਸੇਵਾ ਕਰੋ, ਸਿਮਰਨ ਕਰੋ, ਪਰ ਦੂਜਿਆਂ ਨੂੰ ਮਾੜਾ ਨਾ ਆਖੋ। ਇਹ ਸਿਧਾਂਤ ਹੈ ਸਿੱਖੀ ਦਾ, ਇਹ ਮਕਸਦ ਹੈ ਸਿੱਖੀ ਦਾ। ਆਪਣੇ ਭਾਂਡੇ ਨੂੰ ਸਲਾਓ, ਆਪਣੇ ਦੀ ਚਮਕ ਦਿਖਾਓ, ਪਰ ਦੂਜਿਆਂ ਦੇ ਭਾਂਡੇ ਭੰਨਣੇ ਨਹੀਂ ਚਾਹੀਦੇ। ਇਹ ਕੋਈ ਸੱਚਾ ਪ੍ਰਚਾਰ ਨਹੀਂ ਹੁੰਦਾ ਵੀ ਕੁੱਲ ਦੇਵੀ ਦੇਵਤੇ, ਕੁੱਲ ਪੈਗੰਬਰ, ਸਾਰੇ ਧਰਮਾਂ ਨੂੰ ਬਹਿ ਜਾਓ ਸਟੇਜ ਤੇ ਲੈ ਲਓ ਕੈਂਚੀ ਤੇ ਵੱਢੀ ਜਾਓ। ਤੂੰ ਇਹ ਵੀ ਸੋਚ ਵੀ ਜੇ ਇੱਕ ਗੁਰਦੁਆਰੇ 'ਚ ਇਸਲਾਮ ਦਾ ਖੰਡਨ ਹੈ ਤੇ ਹਜ਼ਾਰਾਂ ਮਸਜਿਦਾਂ ਵਿੱਚ ਗੁਰਦੁਆਰੇ ਦਾ ਖੰਡਨ ਹੋਵੇਗਾ। ਇੱਕ ਉਂਗਲ ਕਿਸੇ ਵੱਲ ਕਰ, ਚਾਰ ਤੇਰੇ ਵੱਲ ਵੀ ਆਉਣੀਆਂ ਨੇ। ਆਪਣੇ ਗੁਰੂ ਦੀ ਵਡਿਆਈ ਦੱਸੋ, ਕੰਪੈਰੀਜ਼ਨ ਕਰਨਾ ਹੈ, ਉਹਨਾਂ ਦਾ ਧਰਮ ਪੜ੍ਹੋ, ਕੰਪੇਅਰ ਕਰ ਲਵੋ ਕਰਨਾ ਤੇ, ਪਰ ਉਹਨਾਂ ਨੂੰ ਮਾੜਾ ਨਾ ਆਖੋ। ਆਪਣੀ ਵਡਿਆਈ ਦੱਸੋ ਵੀ ਸਾਡੇ ਘਰ ਦੀਆਂ ਬਰਕਤਾਂ ਇੰਨੀਆਂ ਨੇ, ਆਉਂਦੀਆਂ ਨੇ, ਵੱਧ ਨੇ, ਸਭਨਾਂ ਤੋਂ ਅੱਗੇ ਨੇ। ਔਰ ਜੇ ਠੀਕ ਕੰਪੇਅਰ ਕਰਨਾ ਹੈ ਤੇ ਫਿਰ ਉਹਨਾਂ ਦਾ ਧਰਮ ਪੜ੍ਹ ਕੇ ਉਹਨਾਂ ਦੇ ਸਾਹਮਣੇ ਰੱਖੋ ਵੀ ਤੁਹਾਡਾ ਆਹ ਤੇ ਸਾਡੇ ਦੀ ਚਮਕ ਆਹ। ਤੁਹਾਡਾ 14 ਤਬਕੀ ਦੇਖ ਪਾਇਆ, ਸਾਡੇ ਨੇ ਲੱਖਾਂ ਪਾਤਾਲ ਆਕਾਸ਼ ਵੇਖੇ ਹੋਏ ਨੇ। ਸਾਡਾ 1.25 ਲੱਖ ਨਾਲ ਲੜਦਾ ਰਿਹਾ ਹੈ, 1.25 ਲੱਖ ਨਾਲ ਲੜਦਾ ਰਿਹਾ ਹੈ, ਤੇ ਜੰਗਾਂ ਤੁਹਾਡੇ ਨੇ ਵੀ ਲੜੀਆਂ ਨੇ। ਤੁਹਾਡਾ ਇਤਿਹਾਸ ਕਹਿੰਦਾ ਵੀ 5-7 ਹਜ਼ਾਰ ਕੋਲੋਂ ਹਾਰ ਨਸੀਬ ਹੋਈ ਸੀ ਤੇ ਸਾਡਾ 10 ਲੱਖ ਦੇ ਘੇਰੇ ਚੋਂ ਵੀ ਨਿਕਲਿਆ ਹੈ। ਕੰਪੈਰੀਜ਼ਨ ਕਰ ਦਿੱਤਾ। ਪਰ ਹੁਣ ਇਹ ਅਗਲੇ ਨੂੰ ਨੀਵਾਂ ਇਸ ਕਰਕੇ ਵਿਖਾਉਣਾ ਵੀ ਤੁਹਾਡੇ ਧਰਮ ਦੇ ਪੱਲੇ ਕੱਖ ਨਹੀਂ ਹੈ, ਇਹ ਗੱਲ ਚੰਗੀ ਨਹੀਂ ਹੈ। ਔਰ ਆਪਣੇ ਭਾਂਡੇ ਨੂੰ, ਇੱਕ ਕਹਾਵਤ ਹੈ ਵੀ ਘੁਮਿਆਰ ਆਪਣੇ ਭਾਂਡੇ ਨੂੰ ਜ਼ਰੂਰ ਸਲਾਉਂਦਾ ਹੈ। ਆਪਣੇ ਗੁਰੂ ਨੂੰ ਸਲਾਉਣਾ ਚਾਹੀਦਾ ਹੈ। ਬਾਣੀ ਨੇ ਕਿਤੇ ਵੀ ਧਰਮ ਦਾ ਖੰਡਨ, ਜਾਂ ਹਿੰਦੂ ਧਰਮ ਹੈ, ਇਸਲਾਮ ਹੈ, ਖੰਡਨ ਨਹੀਂ ਕੀਤਾ। ਖੰਡਨ ਪਖੰਡ ਦਾ ਹੈ, ਭਾਵੇਂ ਸਿੱਖਾਂ ਵਿੱਚ ਹੈ ਪਖੰਡ, ਭਾਵੇਂ ਹਿੰਦੂਆਂ ਵਿੱਚ ਹੈ ਤੇ ਭਾਵੇਂ ਇਸਲਾਮ ਵਿੱਚ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਮਹਾਂਪੁਰਸ਼ਾਂ ਦੇ ਢੰਗ ਵੱਖਰੇ ਸੀ, ਕਿਉਂਕਿ ਹਰ ਮਨੁੱਖ ਦਾ ਸੁਭਾਅ ਵੱਖਰਾ ਹੈ। ਸੁਭਾਅ ਵੱਖਰੇ ਸੀ, ਢੰਗ ਵੱਖਰੇ ਸੀ, ਰੁਚੀਆਂ ਅੱਡੋ ਅੱਡ ਸੀ, ਪਸੰਦ ਵੱਖੋ ਵੱਖਰੀ ਸੀ, ਤੇ ਵੱਖੋ ਵੱਖਰੇ ਹੀ ਰਸਤਿਆਂ ਤੇ ਤੁਰ ਕੇ ਰੱਬ ਪਾਇਆ। ਔਰ ਵੱਖੋ ਵੱਖਰੇ ਹੀ ਰਸਤੇ ਆਉਣ ਵਾਲੇ ਸਮਾਜ ਨੂੰ ਸੇਧ ਦੇਣ ਲਈ ਧਾਰਮਿਕ ਗ੍ਰੰਥਾਂ ਵਿੱਚ ਲਿਖ ਦਿੱਤੇ ਗਏ। ਹੁਣ ਕਈ ਲੋਕ ਜਿਹੜੇ ਨੇ ਨਾ, ਆਪਣੇ 'ਚ ਹੀ ਵੇਖ ਲਓ, ਕਈ ਮੂਲ ਮੰਤਰ ਦਾ ਅਭਿਆਸ ਕਰਦੇ ਨੇ, ਕਈ ਜਪਜੀ ਸਾਹਿਬ ਦਾ ਕਰ ਰਹੇ ਨੇ। ਤੇ ਹੁਣ ਜਪਜੀ ਸਾਹਿਬ ਦਾ ਕਰਨ ਵਾਲਾ ਇਹ ਥੋੜ੍ਹਾ ਆਖੇਗਾ ਵੀ ਮੂਲ ਮੰਤਰ ਦਾ ਫਲ ਨਹੀਂ ਹੈ, ਜਾਂ ਮੂਲ ਮੰਤਰ ਪੜ੍ਹਨ ਵਾਲਾ ਆਖੇ ਜਪਜੀ ਸਾਹਿਬ ਦਾ ਫਲ ਨਹੀਂ ਹੈ। ਇਹ ਤੇ ਆਪੋ ਆਪਣਾ ਸੁਭਾਅ ਹੈ। ਕਿਸੇ ਨੂੰ ਜਪਜੀ ਆਨੰਦ ਦੇ ਰਹੀ ਹੈ, ਕਿਸੇ ਨੂੰ ਮੂਲ ਮੰਤਰ ਦੇ ਰਿਹਾ। ਕੋਈ ਜਾਪ ਸਾਹਿਬ ਹੀ ਪੜ੍ਹੀ ਜਾਂਦਾ ਹੈ, ਪੜ੍ਹਿਆ ਉਸ ਨੂੰ ਹੀ ਜਾ ਰਿਹਾ ਹੈ। ਕਿਸ ਨੂੰ ਪੜ੍ਹਿਆ ਜਾ ਰਿਹਾ? ਗੁਰ ਗੁਰ ਏਕੋ, ਜਿਹੜਾ ਸਾਰੇ ਧਰਮਾਂ ਦਾ ਹੀ, ਪੈਗੰਬਰਾਂ ਦਾ ਹੀ ਗੁਰੂ ਹੈ, ਪਰਮਾਤਮਾ, ਜਿਹਨੂੰ ਖੁਦਾ ਕਹਿੰਦੇ ਜੇ। ਕੋਈ ਰਾਮ ਕਹਿ ਰਿਹਾ, ਕੋਈ ਅੱਲਾ ਕਹਿ ਰਿਹਾ। ਔਰ ਬਾਪੂ ਸਾਰਿਆਂ ਨਾਲ ਪਿਆਰ ਕਰਦਾ, ਕੋਈ ਬੋਲੇ ਰਾਮ ਰਾਮ, ਕੋਈ ਸਾਰਿਆਂ ਨਾਲ ਹੀ ਪ੍ਰੇਮ ਕਰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਗਰਾ ਬੜਾ ਵਿਸ਼ਾਲ ਹੈ, ਬੜਾ ਵਿਸ਼ਾਲ ਹੈ। ਈਰਖਾ ਨਹੀਂ ਹੈ ਉਹਦੇ ਵਿੱਚ। ਜੇ ਈਰਖਾ ਹੁੰਦੀ ਤੇ ਇੱਕ ਬੰਨੇ ਬਾਲਾ ਹੈ, ਦੂਜੇ ਬੰਨੇ ਮਰਦਾਨਾ, ਇੱਕ ਹਿੰਦੂ ਹੈ, ਇੱਕ ਮੁਸਲਮਾਨ ਹੈ, ਦੋਵੇਂ ਹੀ ਸਿੱਖ ਬਣ ਗਏ ਨਾ ਉਹਦੇ। ਜੇ ਪ੍ਰੇਮ ਕੀਤਾ ਸਿੱਖ ਬਣ ਗਏ। ਅਸੀਂ ਤੇ ਜੇ ਹਿੰਦੂ ਆਉਂਦਾ ਤੇ ਉਹਨੂੰ ਗਾਲਾਂ ਕੱਢੀ ਜਾਂਦੇ, ਮੁਸਲਮਾਨ ਆਉਂਦਾ ਉਹਨੂੰ ਕੱਢੀ ਜਾਂਦੇ, ਤੇ ਸਿੱਖੀ ਦਾ ਘੇਰਾ ਕਿੱਦਾਂ ਵਧੇ ਦੱਸੋ? ਉਹ ਪ੍ਰੇਮ ਕਰੋਗੇ ਤੇ ਤੁਹਾਡੇ ਧਰਮ ਚ ਆਉਣਗੇ, ਕੋਈ ਅੰਮ੍ਰਿਤ ਛਕੇਗਾ, ਕੋਈ ਖੰਡੇ ਦੀ ਪੌਲ ਦਾ ਧਾਰਨੀ ਬਣੇਗਾ, ਕੋਈ ਤੁਹਾਡੇ ਨਾਲ ਜੁੜੇਗਾ। ਅਸੀਂ ਤੇ ਅਗਲੇ ਨੂੰ ਆਉਂਦਿਆਂ ਹੀ ਅੱਗ ਲਾਉਣ ਤੱਕ ਜਾਂਦੇ ਹਾਂ।
ਬਹਿੰਦਿਆਂ ਹੀ ਨਿੰਦਣ ਤੱਕ ਜਾਣੇ। ਅਗਲਾ ਪਹਿਲਾਂ ਹੀ ਭੱਜ ਉੱਠਦਾ ਵੀ ਅੰਮ੍ਰਿਤ ਕਾਹਦਾ ਛਕਿਆ ਈ, ਤੇਰੇ ਵਿੱਚ ਤੇ ਅੱਗ ਬਲਦੀ ਪਈ ਹੈ ਤੇ ਅੰਮ੍ਰਿਤ ਨਾਲ ਤੇ ਤੂੰ ਠੰਡਾ ਹੋ ਜਾਣਾ ਚਾਹੀਦਾ ਸੀ। ਡਾਂਗ ਉੱਥੇ ਚੁੱਕ ਜਿੱਥੇ ਦੁਸ਼ਮਣ ਨੇ ਚੁੱਕੀ ਹੈ ਤੇ ਬਿਨਾਂ ਵਜ੍ਹਾ ਹੀ ਤੂੰ ਡਾਂਗ ਚੁੱਕੀ ਫਿਰੇ। ਇਦਾਂ ਧਰਮ ਪ੍ਰਫੁੱਲਤ ਨਹੀਂ ਹੁੰਦਾ। ਹੋ ਸਕਦਾ ਹੈ ਕੋਈ ਹਿੰਦੂ ਸੰਗਤ ਵਿੱਚ ਬੈਠਾ ਹੋਵੇ, ਕੋਈ ਮੁਸਲਮਾਨ ਬੈਠਾ ਹੋਵੇ, ਤੁਸੀਂ ਸਾਂਝੀਵਾਲਤਾ ਦੀ ਗੱਲ ਕਰੋ, ਤੁਹਾਡੇ ਗੁਰੂ ਦੀ ਇਤਿਹਾਸ ਵਡਿਆਈ ਸੁਣ ਕੇ ਕੱਲ ਨੂੰ ਅੰਮ੍ਰਿਤ ਛਕ ਲਵੇ। ਤੇ ਤੁਸੀਂ ਤੇ ਬਹਿੰਦਿਆਂ ਹੀ ਕੁਹਾੜੀ ਫੜੀ ਹੈ, ਚੱਲਣ ਦਿਓ, ਰਾਮ ਦੇ ਪਿੱਛੇ ਪੈ ਗਏ, ਕ੍ਰਿਸ਼ਨ ਦੇ ਪੈ ਗਿਆ, ਕੋਈ ਮੁਹੰਮਦ ਦੇ ਪੈ ਗਿਆ। ਉਹ ਕਹਿੰਦੇ ਜਾ ਬਾਬਾ ਬੈਠਾ ਰਹਿ ਗੁਰਦੁਆਰੇ, ਇੱਥੇ ਕੱਖ ਨਹੀਂ, ਨਫ਼ਰਤ ਹੀ ਹੈ। ਤੂੰ ਸਮਝਦਾ ਕਿਉਂ ਨਹੀਂ? ਜਿਹਨੇ ਤਲਵਾਰ ਫੜਾਈ ਹੈ ਉਹਨੇ ਵੀ ਮੂੰਹੋਂ ਕਹਿ ਦਿੱਤਾ, ਜਿਨ ਪ੍ਰੇਮ ਕੀਓ। ਇਹ ਕਲਗੀਧਰ ਕਹਿ ਰਹੇ ਨੇ ਦਸਮ ਬਾਣੀ ਵਿੱਚ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਮਿਲਦਾ ਪ੍ਰੇਮ ਨਾਲ ਹੀ ਹੈ। ਪਰ ਕਈ ਵਾਰ ਪ੍ਰੇਮ ਕਰਨ ਵਾਲਿਆਂ ਨੂੰ, ਮਾਲਾ ਫੇਰਨ ਵਾਲਿਆਂ ਨੂੰ ਤੱਤੀ ਤਵੀ ਤੇ ਹਕੂਮਤਾਂ ਭਾਉਂਦੀਆਂ ਨੇ। ਮਾਲਾ ਦੇ ਮਣਕੇ ਨਾ ਖਿਲਰ ਜਾਣ ਤਾਂ ਤਲਵਾਰ ਫੜਾਈ ਸੀ ਉਸਨੇ, ਵੀ ਜੇ ਕੋਈ ਪ੍ਰੇਮ ਨਾਲ ਧੱਕਾ ਕਰੇ ਤੇ ਡਾਂਗ ਚੁੱਕ ਲਵੋ, ਸਿਰੋਂ ਪਾਣੀ ਲੰਘ ਜਾਵੇ ਤੇ ਤਲਵਾਰ ਚੁੱਕ ਲਵੋ, ਨਹੀਂ ਤੇ ਸਾਰਿਆਂ ਨਾਲ ਪ੍ਰੇਮ ਵਿੱਚ ਹੀ ਵਰਤਣਾ ਹੈ। ਇਉਂ ਪਾਤਸ਼ਾਹ ਦਾ ਉਪਦੇਸ਼ ਹੈ। ਸੁਭਾਅ ਵੱਖੋ ਵੱਖ ਨੇ, ਤਰੀਕੇ ਸਾਰਿਆਂ ਦੇ ਵੱਖੋ ਵੱਖ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਪਰ ਛਿਆਂ ਦਾ ਖਸਮ ਇੱਕ ਹੀ ਹੈ। ਵੇਸ ਵੱਖੋ ਵੱਖ ਹੋ ਸਕਦੇ ਨੇ, ਭੇਸ ਵੱਖੋ ਵੱਖ ਹੋ ਸਕਦੇ ਨੇ, ਪਰ ਸਾਰਿਆਂ ਦਾ ਗੁਰੂ ਇੱਕ ਪਰਮਾਤਮਾ ਹੈ। ਛਿਆਂ ਨੂੰ ਹੀ ਗਿਆਨ ਪਰਮਾਤਮਾ ਤੋਂ ਮਿਲਿਆ ਹੈ। ਜੇ ਕਿਰਪਾ ਨਾ ਕਰਦਾ ਉਚਾਰ ਨਹੀਂ ਸੀ ਸਕਦੇ ਗ੍ਰੰਥ। ਉਹਦੀ ਕਿਰਪਾ ਹੋਈ ਹੈ ਤੇ ਗੱਲ ਬਣੀ ਹੈ। ਆਖਣ ਲੱਗੇ ਇਹਨਾਂ ਚੋਂ ਜਿਹੜਾ ਵੀ ਤੇਰੀ ਵਡਿਆਈ ਗਾਉਂਦਾ ਹੈ ਸਾਨੂੰ ਉਸ ਘਰ ਵਿੱਚ ਰੱਖਣਾ ਕਰ। ਛਿਆਂ ਦਾ ਗੁਰੂ ਇੱਕ ਹੈ, ਛਿਆਂ ਦਾ ਫਲਸਫਾ। ਵਿਚਾਰ ਵੱਖ ਹੋ ਸਕਦੀ ਹੈ। ਸਿੱਖੀ ਦਾ ਫਲਸਫਾ ਇਹ ਕਹਿੰਦਾ ਹੈ, ਸਭ ਮਹਿ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ। ਜੋਤ ਸਾਰਿਆਂ 'ਚ ਪਰਮਾਤਮਾ ਦੀ ਹੈ। ਦੁਰਗਾ ਹੀ ਜੋਤ ਸਾਰਿਆਂ 'ਚ ਇੱਕੇ ਦੀ ਹੈ। ਜਿਹੜੇ ਸਾਹ ਤੁਸੀਂ ਲੈਂਦੇ ਜੇ ਹਿੰਦੂ ਉਹ ਹੀ ਲੈ ਰਹੇ ਨੇ, ਜਿਹੜੇ ਸਾਹ ਹਿੰਦੂ ਲੈਂਦਾ ਮੁਸਲਮਾਨ ਉਹ ਹੀ ਲੈ ਰਿਹਾ। ਜੋਤ ਤੇ ਸਾਰਿਆਂ 'ਚ ਇੱਕ ਦੀ ਹੈ। ਗੁਰੂ ਸਾਰਿਆਂ ਦਾ ਉਹ ਪਰਮਾਤਮਾ ਹੀ ਹੈ, ਖੁਦਾ ਹੀ ਹੈ। ਪਰ ਮਿਲਦਾ ਵਡਿਆਈ ਨਾਲ। ਜੇ ਮਿਲਦਾ ਗਾਇਆ ਹੈ, ਜਿਵੇਂ ਫਰੀਦ ਨੇ ਗਾਇਆ, ਕਬੀਰ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਐ ਆਸਾਰ। ਉਹ ਕਹਿੰਦਾ ਸੌਣਾ ਹੀ ਨਹੀਂ ਚਾਹੀਦਾ। ਡਾਕਟਰ ਕਹਿੰਦੇ 6 ਘੰਟੇ ਸੌਂ ਲਿਆ ਕਰੋ, ਜ਼ਰੂਰੀ ਨੇ ਸਿਹਤ ਲਈ। ਪਰ ਜਿਨ੍ਹਾਂ ਨੂੰ ਰਸ ਆ ਗਿਆ, ਲਗਨ ਲੱਗੀ ਹੈ, ਜਦੋਂ ਨੋਟਾਂ 'ਚੋਂ ਰਸ ਹੋਵੇ ਤੇ ਆਪਾਂ ਓਵਰ ਟਾਈਮ ਲਾਉਂਦੇ ਕਿ ਨਹੀਂ ਲਾਉਂਦੇ? ਜਿਹਨੂੰ ਰੱਬ 'ਚੋਂ ਰਸ ਹੈ ਫਿਰ ਓਵਰ ਟਾਈਮ ਲਾ ਲੈਂਦਾ ਉਹ। ਇਹਦੇ ਅਰਥ ਕੀ ਕਰੋਗੇ? ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਐ ਆਸਾਰ। ਉਹ ਕਹਿੰਦਾ ਸੌਣਾ ਹੀ ਨਹੀਂ, ਕੂਕਣਾ ਹੈ, ਕੂਕਿਆਂ ਮਿਲਦਾ ਹੈ। ਕਦੇ ਤੇ ਕਹਿੰਦਾ ਮਿਲੇਗਾ ਨਾ, ਦਿਨ ਰਾਤ ਕੂਕੋ ਰਾਤ ਦਿਵਸ ਕੈ ਕੂਕਨੇ ਕਬੂ ਤਾਂ ਸੁਣੈ। ਕਿਤੇ ਤੇ ਮਿਲੇਗਾ ਨਾ। ਕੂਕਿਆਂ ਮਿਲਦਾ ਵੀ, ਗਾਇਆ ਮਿਲਦਾ ਹੈ, ਜਪਿਆਂ ਮਿਲਦਾ ਹੈ। ਤੇ ਸਾਨੂੰ ਉਸ ਘਰ ਵਿੱਚ ਰੱਖ ਬਾਬਾ ਜੈ ਘਰ, ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ। ਜਿੱਥੇ ਗੀਤ ਗਾਏ ਜਾ ਰਹੇ ਨੇ, ਗੰਦੇ ਮੰਦੇ ਗੀਤ ਨਹੀਂ, ਤੇਰੀ ਵਡਿਆਈ ਦੇ, ਤੇਰੇ ਨਾਮ ਦਾ ਕੀਰਤਨ ਹੋ ਰਿਹਾ ਹੈ, ਤੇਰੇ ਨਾਮ ਦੇ ਗੀਤ ਗਾਏ ਜਾ ਰਹੇ ਨੇ, ਸਾਨੂੰ ਉੱਥੇ ਟਿਕਾਉਣਾ ਕਰ। ਤੇ ਮਨ ਟਿਕਾਉਣਾ ਬੜਾ ਔਖਾ, ਇਹ ਵੀ ਕਿਰਪਾ ਕਰ ਵੀ ਇਹ ਉੱਥੇ ਟਿਕ ਜਾਵੇ। ਇਹਨੂੰ ਭਾਉਣਾ ਬੜਾ ਔਖਾ ਹੈ। ਮੈਂ ਆਮ ਹੀ ਉਦਾਹਰਣ ਦਿੰਦਾ ਹੁੰਦਾ ਵੀ ਮਨ ਖੋਤੇ ਵਰਗਾ ਸੁਭਾਅ ਰੱਖਦਾ ਹੈ। ਤੇ ਜਿਹੜੇ ਸਾਡੇ ਘੁਮਿਆਰ ਵੀਰ ਨੇ ਨਾ, ਖੋਤੇ ਨੂੰ ਖਾਲੀ ਨਹੀਂ ਰਹਿਣ ਦਿੰਦੇ। ਕਿਤੇ ਇੱਟਾਂ ਲੱਦ ਲਈਆਂ, ਕਿਤੇ ਮਿੱਟੀ ਲੱਦ ਲਈ, ਆਂਦੇ ਵਿਹਲਾ ਖਰਾਬ ਕਰਦਾ ਹੈ। ਇਹਦੇ ਤੇ ਲੱਦ ਛੱਡਿਆ ਕਰ, ਭਾਰ ਪਾਇਆ ਕਰ, ਰੱਬ ਦਾ ਜਾਪ ਕਰਵਾਇਆ ਕਰ, ਬਾਣੀ ਦਾ ਭਾਰ ਪਾਏ ਦੇ ਉੱਤੇ, ਫਿਰ ਇਹ ਟਿਕਣ ਲੱਗ ਪਵੇਗਾ। ਵਿਹਲਾ ਹੀ ਖਰਾਬੀ ਕਰਦਾ ਏ। ਕਿਰਤ ਕਰਦਾ ਹੈ, ਟਿਕਿਆ ਹੈ। ਇਹਨੂੰ ਵਿਹਲਾ ਨਾ ਰਹਿਣ ਦੇ, ਬਾਣੀ ਪੜ੍ਹ, ਇਹ ਟਿਕੇਗਾ। ਮਨ ਮਾਰਨਾ ਪੈਂਦਾ ਹੈ, ਮਨ ਨੂੰ ਟਿਕਾਉਣ ਲਈ ਇਹਦੇ ਤੇ ਬੋਝ ਪਾਉਣਾ ਪੈਂਦਾ ਹੈ। ਅੱਗੇ ਪਾਤਸ਼ਾਹ ਕਹਿਣ ਲੱਗੇ, ਵਿਸੂਐ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹੋ ਹੋਆ। ਸੂਰਜ ਏਕੋ
रुत अनेक नानक करते के केते वेश। ਕਹਿੰਦੇ ਜੋਤ ਇੱਕ ਹੈ, ਭੇਖ ਬੜੇ ਨੇ। ਔਰ ਉਦਾਹਰਣ ਵੇਖੋ ਪਾਤਸ਼ਾਹ ਕੀ ਦੇ ਰਹੇ ਨੇ। ਵਿਸੂਆ ਕੀ ਹੁੰਦਾ ਹੈ? ਪੁਰਾਣੀ ਮਿਣਤੀ ਗਿਣਤੀ ਹੈ ਸਮੇਂ ਦੀ। ਕਹਿੰਦੇ ਵੀ 15 ਵਾਰ ਅੱਖਾਂ ਨੂੰ ਖੋਲਣਾ ਮੀਟਣਾ, ਇਹਨੂੰ ਵਿਸੂਆ ਕਹਿੰਦੇ ਨੇ। 15 ਵਾਰ ਅੱਖਾਂ ਨੂੰ ਝਮਕਣਾ, ਇਸ ਨੂੰ ਵਿਸੂਆ ਕਿਹਾ ਜਾਂਦਾ ਹੈ। ਤੇ 15 ਵਿਸੂਏ ਇਕੱਠੇ ਕਰੀਏ ਤੇ ਇੱਕ ਚੱਸਾ ਬਣਦਾ ਹੈ। ਇਹ ਪੁਰਾਣੀ ਗਿਣਤੀ ਹੈ, ਆਪਾਂ ਸ਼ਾਇਦ ਇਹ ਭੁੱਲ ਚੁੱਕੇ ਹਾਂ ਹੁਣ, ਕਿਉਂਕਿ ਅਸੀਂ ਤੇ ਆ ਚਿੱਟੇ ਚੰਮ ਦੇ ਬੜੇ ਸ਼ਿਕਾਰੀ ਬਣੇ ਫਿਰਦੇ ਹਾਂ। ਮੈਂ ਹੈਰਾਨ ਰਹਿ ਜਾਂਦਾ ਹੈ ਵੀ ਸਿੱਖ ਜਿਹੜੇ ਦੇਸ਼ ਵੀ ਜਾਂਦਾ ਉਹੀ ਭੇਖ ਪਾ ਕੇ ਬਹਿ ਜਾਂਦਾ ਹੈ। ਗੋਰੇ ਹਿੰਦੁਸਤਾਨ ਵਿੱਚ ਆਏ ਤੇ ਆ ਪੈਂਟਾਂ ਕਮੀਜ਼ਾਂ ਤੇ ਨੁੱਕਰ ਵਾਲੀਆਂ ਪੱਗਾਂ ਉਹਨਾਂ ਦਿੱਤੀਆਂ ਨੇ। ਕਿਉਂ ਦਿੱਤੀਆਂ? ਵੀ ਇਹ ਚੋਲਿਆਂ ਕਛਹਿਰਿਆਂ ਵਾਲੇ ਡਾਂਗ ਹੀ ਚੁੱਕੀ ਫਿਰਦੇ ਨੇ। ਤੇ ਉਹ ਜਿਹੜਾ ਗੋਲਦਮਾਲਾ ਸੀ ਉਹਨੂੰ ਇੱਦਾਂ ਕਰਵਾਤਾ, ਥੋੜੇ ਕੋਟ ਕਾਟ ਲੈ ਤੇ ਨੌਕਰੀ ਦੇ ਦਿੱਤੀ ਤੇ ਉਹ ਇੱਕ ਕਲਾਸ ਖੜੀ ਵੱਖ ਕਰ ਦਿੱਤੀ ਗਈ। ਇੱਕ ਤੇ ਪੜ੍ਹ ਲਿਓ ਪੁਰਾਣਾ ਇਤਿਹਾਸ, ਸਿੱਖ ਦਾ ਲਿਖਿਆ ਨਹੀਂ, ਕਿਸੇ ਗੋਰੇ ਦਾ ਮੈਲਕੋਲਮ ਵਰਗੇ ਦਾ ਲਿਖਿਆ ਹੀ ਪੜ੍ਹ ਲਿਓ ਤੁਸੀਂ, ਉਹ ਸਾਫ਼ ਲਿਖਣਗੇ। ਪੈਂਟਾਂ ਪਵਾ ਦਿੱਤੀਆਂ, ਸਭ ਕੁਝ ਪਵਾ ਦਿੱਤਾ। ਆਪ ਉੱਥੇ ਗਏ ਤੇ ਸਾਨੂੰ ਪਿੱਛੇ ਲਾ ਲਿਆ, ਆਪ ਉੱਦਾਂ ਦੇ ਹੀ ਰਹੇ। ਹੁਣ ਅਸੀਂ ਉਹਨਾਂ ਦੇ ਦੇਸ਼ ਆਏ ਹਾਂ, ਪਿੱਛੇ ਉਹਨਾਂ ਨੂੰ ਅਸੀਂ ਲਾਉਣਾ ਸੀ ਜਿੱਦਾਂ ਉਹਨਾਂ ਸਾਨੂੰ ਲਾਇਆ। ਇੱਥੇ ਵੀ ਉਹਨਾਂ ਵਰਗੇ ਹੀ ਬਣਦੇ ਜਾਂਦੇ ਹਾਂ ਅਸੀਂ। ਜੋ ਪੁਰਾਣਾ ਲਿਬਾਸ ਹੈ, ਜੋ ਪੁਰਾਣੀ ਬਾਪੂ ਦੀ ਦੇਣ ਹੈ, ਜੋ ਵਿਸਾਖੀ ਵਾਲੇ ਦਿਨ ਮਿਲਿਆ ਸੀ, ਉਹ ਤੋਂ ਨੱਕ ਮੂੰਹ ਚੜਾਉਣੇ ਆ। ਇਸ ਗੱਲ ਦਾ ਗੁੱਸਾ ਨਾ ਕਰਿਓ, ਖੋਜ ਕਰਕੇ ਵੇਖਿਓ। ਨੁੱਕਰ ਵਾਲੀ ਦਸਤਾਰ, ਇਹ ਕੁੜਤੇ ਪਜਾਮੇ, ਪੈਂਟਾਂ ਕਮੀਜ਼ਾਂ ਸਭ ਉਹਨਾਂ ਦੀ ਦੇਣ ਹੈ। ਤੁਸੀਂ ਕਿਸੇ ਵੀ ਪੁਰਾਣੇ ਮਹਾਂਪੁਰਸ਼ ਗੁਰੂਆਂ ਦੇ ਦੇਖ ਲਓ, ਅੱਜ ਵੀ ਤੁਹਾਨੂੰ ਇਤਿਹਾਸਿਕ ਚੋਲੇ ਹੀ ਲੱਭਣਗੇ, ਚੋਲੇ ਹੀ ਪਾਉਂਦੇ ਹੁੰਦੇ ਸੀ। ਪਰ ਸਾਨੂੰ ਇਹਨਾਂ ਬਦਲ ਦਿੱਤਾ। ਹੁਣ ਇੱਥੇ ਆਏ ਆ, ਇੱਥੇ ਅਸੀਂ ਇਹਨਾਂ ਨੂੰ ਫਿਰ ਨਹੀਂ ਬਦਲ ਪਾਏ ਤੇ ਫਿਰ ਅਸੀਂ ਆਪਣਾ ਆਪ ਬਦਲ ਰਹੇ ਹਾਂ। ਕਿਸੇ ਵੀ ਦੇਸ਼ 'ਚ ਜਾਂਦੇ ਆ, ਪਤਾ ਨਹੀਂ ਕੀ ਸੁਭਾਅ ਸਾਡਾ, ਰੰਗ ਉਹਨਾਂ ਦਾ ਬਦਲਣਾ ਸੀ, ਅਸੀਂ ਆਪਣਾ ਬਦਲ ਲੈਂਦੇ ਹਾਂ। ਹੁਣ ਹੈ ਕੀ ਹੈ? ਖੈਰ, ਭੇਖ ਕੋਈ ਵੀ ਹੈ, ਲਿਬਾਸ ਕੋਈ ਵੀ ਹੈ, ਰੱਬ ਸਾਰਿਆਂ 'ਚ ਇੱਕ ਹੈ। ਪਰ ਸਿੱਖੀ ਦੇ ਭੇਖ ਦਾ ਨਿਰਾਲਾਪਨ ਇਹ ਸੀ, ਪਰਮਾਤਮਾ ਦੀ ਹੋਂਦ ਨੂੰ ਸਿੱਖ ਸਵੀਕਾਰ ਕਰਦਾ ਹੈ। ਇੱਕ ਇੰਜੀਨੀਅਰ ਨੇ ਕੋਠੀ ਬਣਾਈ ਤੇ ਤੁਸੀਂ ਕਰੋੜ 2 ਕਰੋੜ ਲਾਇਆ ਤੇ ਤੁਹਾਡਾ ਨਿਆਣਾ ਨਾ ਕੋਲਾ ਫੜ ਕੇ ਜਾਂ ਮਾਰਕਰ ਫੜ ਕੇ ਉਹ ਕਾਲੇ ਰੰਗ ਦੀਆਂ 4 ਲਕੀਰਾਂ ਮਾਰ ਦੇਵੇ, ਤੁਸੀਂ 5-7 ਛੱਡਦੇ ਜੇ ਉਹਦੇ। ਵੀ ਆਹ ਕੀ ਕੀਤਾ ਜੀ? ਏਡਾ ਸੋਹਣਾ ਮਹਿਲ ਬਣਿਆ ਸੀ, ਜਖਣਾ ਪੁੱਟ ਦਿੱਤੀ। ਉਹ ਬਾਣੀ ਕੀ ਕਹਿੰਦੀ ਹੈ? ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨੈ ਉਭਾਰਿਆ। ਰੱਬ ਹੈ ਤੇਰਾ ਕਾਰੀਗਰ, ਇੰਜੀਨੀਅਰ। ਕੋਠੀ ਕਿੱਦਾਂ ਪਾਉਂਦੇ ਜੇ? ਪਹਿਲਾਂ ਇੱਕ ਢਾਂਚਾ ਖੜਾ ਕੀਤਾ ਜਾਂਦਾ ਹੈ, ਬੇਸ ਬਣਾਇਆ ਜਾਂਦਾ ਹੈ। ਮਾਤਾ ਦੇ ਰਕਤ ਬਿੰਦ ਤੋਂ, ਪਿਤਾ ਦੇ ਬੀਜ ਤੋਂ ਇੱਕ ਢਾਂਚਾ ਬਣ ਗਿਆ, ਬੇਸ ਬਣ ਗਿਆ। ਰੰਚਕ ਰੇਤ ਖੇਤ ਤਨ ਨਿਰਮਤ, ਪਿਤਾ ਦੇ ਪਲੀਤ ਕਤਰੇ ਤੋਂ ਤੇ ਮਾਤਾ ਦੇ ਰਕਤ ਬਿੰਦ ਤੋਂ, ਲਹੂ ਤੋਂ ਇੱਕ ਬੀਜ ਪੈਦਾ ਹੋ ਗਿਆ, ਜੜ ਪੈਦਾ ਹੋ ਗਈ ਹੈ। ਖੇਤ ਕੀ ਹੈ? ਮਾਤਾ ਦਾ ਗਰਭ ਜਿੱਥੇ ਬੀਜਿਆ ਗਿਆ ਹੈ। ਔਰ ਕਮਾਲ ਦੀ ਗੱਲ ਇਹ ਕੀਤੀ, ਦੁਰਲਭ ਦੇਹ ਸਵਾਰ ਧਰੀ। ਅੱਛਾ, ਉਸ ਲਹੂ ਦੇ ਕਤਰੇ ਵੱਲ ਵੇਖੋ ਤੇ ਕਿੱਡਾ ਮੈਲਾ ਹੈ। ਇੱਕ ਪਲੀਤ ਕਤਰੇ ਤੋਂ ਪਾਤਸ਼ਾਹ ਕਹਿੰਦੇ ਨੇ ਕਿੱਡਾ ਸੋਹਣਾ ਤੈਨੂੰ ਰੰਗ ਰੂਪ ਬਣਾਤਾ ਉਸਨੇ, ਔਰ ਐਸੀ ਕਾਇਆ ਦਿੱਤੀ ਦੁਰਲਭ, ਜਿਹੜੀ ਲੱਭਦੀ ਨਹੀਂ ਹੈ। ਕਿਤੇ ਉਹ ਮੁੱਲ ਮਿਲਦੇ ਨੇ ਬੱਚੇ, ਲੈ ਆਓ। ਇਹ ਲੱਭਦੀ ਨਹੀਂ ਹੈ, ਇਹ ਮਿਲੀ ਹੈ ਤੈਨੂੰ, ਚਿਰ ਬਾਅਦ ਮਿਲੀ ਹੈ। ਤੇ ਕਮਾਲ ਦੀ ਰਚਨਾ ਐਸੀ ਹੈ ਵੀ ਇੱਕ ਪਲੀਤ ਕਤਰੇ ਤੋਂ, ਮੈਲੇ ਲਹੂ ਤੋਂ ਏਡਾ ਸੋਹਣਾ ਸਰੂਪ ਦੇ ਦਿੱਤਾ ਹੈ। ਏਡਾ ਸੌਖਾ ਨਹੀਂ ਬਣਿਆ। ਕਹਿੰਦੇ ਪਹਿਲਾਂ ਵਜੂਦ ਖੜਾ ਕੀਤਾ ਹੈ ਮਾਤਾ ਦੇ ਪੇਟ 'ਚ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਪਹਿਲਾਂ ਢਾਂਚਾ ਬਣਾਉਨੇ ਆ ਨਾ ਆਪਾਂ, ਹੱਡੀਆਂ ਦਾ ਕਹਿੰਦੇ ਢਾਂਚਾ ਬਣਾਇਆ।
ਜਦੋਂ ਢਾਂਚਾ ਖੜਾ ਹੋ ਜਾਂਦਾ ਫਿਰ ਪਲਸਤਰ ਪਲੁਸਤਰ ਕਰਦੇ ਜੇ ਕਿ ਨਹੀਂ, ਲਿੰਬਾ ਪੋਚੀ ਕਰਦੇ ਜੇ ਫਿਰ, ਕਿਉਂ ਜੀ? ਉਹ ਇੱਟਾਂ ਜੀਆਂ ਬੁਰੀਆਂ ਲੱਗਦੀਆਂ, ਇੱਦਾਂ ਨਾੜੀਆਂ ਨੂੜੀਆਂ ਉਹਨੇ ਲਾਈਆਂ, ਉਹਨੇ ਸਾਜਿਆ ਸੀ, ਉਹਨੇ ਉਸ ਮਹਿਲ ਨੂੰ ਸਵਾਰਿਆ। ਹੁਣ ਜੇ ਉਤਲਾ ਜਿਹੜਾ ਚੰਮ ਹੈ, ਜੇ ਪੇਂਟ ਨਾ ਕਰੋ ਕਿਸੇ ਘਰ ਨੂੰ, ਤੇ ਉਹ ਭੱਦਾ ਜਿਹਾ ਲੱਗਦਾ ਹੈ, ਬੁਰਾ ਜਿਹਾ ਲੱਗਦਾ ਹੈ, ਪੁਰਾਣਾ ਜਿਹਾ ਲੱਗਦਾ ਹੈ, ਖੰਡਰ ਜਿਹਾ ਲੱਗੇਗਾ ਜੇ ਰੰਗ ਰੋਗਨ ਨਹੀਂ ਮਾਰਿਆ, ਚੰਗਾ ਫਰਨੀਚਰ ਨਹੀਂ ਰੱਖਿਆ। ਤੇ ਤੀਸਰਾ ਸਟੈਪ ਉਸਨੇ ਇਹ ਲਿਆ ਵੀ ਉਹ ਜਿਹੜੇ ਲੀਥੜੇ ਜੇ ਲਾਏ ਨੇ ਨਾ ਮਾਸ ਦੇ, ਉਹ ਜਿਹੜੀ ਲਿੰਬਾ ਪੋਚੀ ਕੀਤੀ ਸੀ, ਉਹ ਜਿਹੜੀ ਆਪਾਂ ਵਾਇਰਿੰਗ ਕਰਦੇ ਆ ਨਾ, ਤਾਰਾਂ ਤੂਰਾਂ ਪਾਉਣੇ, ਨਾੜਾਂ ਨੂੜਾਂ ਪਾਈਆਂ ਸੀ ਉਸਨੇ, ਉਹਨੂੰ ਢੱਕਣਾ ਵੀ ਸੀ। ਹੁਣ ਵੇਖੋ ਉਹਨੇ, ਤੁਸੀਂ ਪੇਂਟ ਕਰਦੇ ਜੇ ਵਧੀਆ ਜਿਹਾ, ਉਹਨੇ ਚਿੱਟੇ ਚੰਮ ਦਾ ਪੇਂਟ ਫੇਰ ਦਿੱਤਾ, ਸਾਜ ਸਵਾਰ ਦਿੱਤਾ। ਕੀ ਕਰਦੇ ਜੇ? ਕੋਠੀ ਤਿਆਰ ਹੋ ਗਈ, ਚੰਗੇ ਪੱਖੇ ਲਿਆਓ, ਚੰਗਾ ਫਰਨੀਚਰ ਲਿਆਓ, ਤੇ ਬਾਪੂ ਨੇ ਐਨ ਇਹਨੂੰ ਸਵਾਰਨਾ ਕੀਤਾ। ਆ ਡੇਲੇ ਲਾਏ, ਉੱਤੇ ਪਰਦਾ ਲਾ ਦਿੱਤਾ ਗਿਆ, ਆ ਕੰਨ ਲਾਉਣੇ ਕੀਤੇ, ਚੰਗਾ ਰੰਗ ਰੋਗਨ ਕਰਕੇ ਤੇ ਸ਼ਿੰਗਾਰਿਆ ਗਿਆ। ਤੇ ਜੇ ਸ਼ਿੰਗਾਰਿਆ ਨਾ ਹੁੰਦਾ ਬੰਦਾ, ਹੁਣ ਮੰਨ ਲਓ ਬੰਦਾ ਲੱਕ ਤੋਂ ਪਤਲਾ ਹੈ, ਛਾਤੀ ਤੋਂ ਭਾਰਾ ਹੈ, ਪਿੰਨੀਆਂ ਤੋਂ ਫਿਰ ਪਤਲਾ, ਗੋਡਿਆਂ ਤੋਂ ਫਿਰ ਭਾਰਾ ਹੈ, ਤੇ ਜੇ ਸਵਾਰਿਆ ਨਾ ਹੋਵੇ, ਸ਼ਿੰਗਾਰਿਆ ਨਾ ਹੋਵੇ, ਤੇ ਪਿੰਨੀਆਂ ਤੋਂ ਐਡਾ ਕਰ ਦਿੰਦਾ, ਤੇ ਕਿਦਾਂ ਦਾ ਲੱਗਦਾ ਤੂੰ? ਵੀ ਛਾਤੀ ਇੱਥੇ ਹੁੰਦੀ ਜਿੱਥੇ ਧੁੰਨੀ ਆ, ਤੇ ਢਿੱਡ ਹੋਣੀ ਇੱਥੇ ਹੁੰਦੇ, ਤੇ ਕੀ ਪੱਲੇ ਰਹਿੰਦਾ ਦੱਸ? ਨੱਕ ਇੱਧਰ ਹੁੰਦਾ ਤੇ ਕੰਨ ਸਾਹਮਣੇ ਹੁੰਦਾ, ਤੇ ਕੀ ਪੱਲੇ ਰਹਿੰਦਾ ਦੱਸ? ਜਿਵੇਂ ਇੰਟੀਰੀਅਰ ਡਿਜ਼ਾਈਨਰ, ਐਕਸਟੀਰੀਅਰ ਡਿਜ਼ਾਈਨਰ ਸ਼ਿੰਗਾਰਦੇ ਨੇ ਨਾ ਮਹਿਲ ਨੂੰ, ਤੇਰੇ ਤੇ ਪੂਰੀ ਰੀਝ ਲਾਈ ਹੈ ਮਾਂ ਦੇ ਗਰਭ ਵਿੱਚ ਉਸਨੇ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਹੈ ਜਿਨੈ ਉਭਾਰਿਆ, ਪੂਰਾ ਸ਼ਿੰਗਾਰ ਦਿੱਤਾ ਹੈ। ਹੁਣ ਇਸ ਗੱਲ ਦਾ ਮੇਰੇ ਵੀਰ ਗੁੱਸਾ ਨਾ ਕਰਿਓ, ਉਹਨੇ ਇੱਕ ਸ਼ਿੰਗਾਰ ਕੇ ਮਹਿਲ ਤਿਆਰ ਕਰ ਦਿੱਤਾ ਹੈ। ਬਸ ਰੱਬ ਨੂੰ ਜਿੱਦਾਂ ਦਾ ਭਾਉਂਦਾ ਸੀ, ਭਾਵੇਂ ਉਹ ਇਸਤਰੀ ਹੈ ਮਰਦ ਹੈ, ਉਹਨੇ ਬਣਾ ਦਿੱਤਾ ਹੈ। ਤੇ ਤੁਸੀਂ ਕੀ ਕੀਤਾ? ਉਹ ਨਿਆਣੇ ਵਾਂਗੂ, ਇਹ ਜੀ ਦਾੜਾ ਪਸੰਦ ਨਹੀਂ, ਚੁੱਕਿਆ ਉਸ ਤਰ੍ਹਾਂ ਦੇ ਚੱਲਣ ਦਿਓ, ਅੱਖਾਂ ਪਸੰਦ ਨਹੀਂ, ਆਹ ਵੀ ਲਾ ਦਿਓ, ਮੁਸ਼ਹਿਰੇ ਪਸੰਦ ਨਹੀਂ, ਇਹ ਵੀ ਡਾ ਦਿਓ। ਤੇ ਜਦੋਂ ਬੱਚਾ ਫਿਰ ਲਕੀਰਾਂ ਮਾਰਦਾ, ਤੇ ਫਿਰ ਵੱਜਦੀਆਂ ਕਿ ਨਹੀਂ ਵੱਜਦੀਆਂ? ਇੱਥੇ ਨਹੀਂ ਤੇ ਉੱਥੇ ਵੱਜਣੀਆਂ ਜ਼ਰੂਰ ਨੇ, ਇਸ ਗੱਲ ਦਾ ਖਿਆਲ ਜ਼ਰੂਰ ਰੱਖੀ। ਸਜ਼ਾ ਤੇ ਹੈ, ਕਾਹਦੀ ਹੈ? ਸਜ਼ਾ ਇਸ ਗੱਲ ਦੀ ਹੈ ਵੀ ਉਹਦੀ ਦੇਵਨੇਤ ਵਿੱਚ ਤੂੰ ਦਖਲ ਦੇ ਰਿਹਾ ਹੈ। ਉਹਨੇ ਐਨ ਸੰਪੂਰਨ ਇੱਕ ਮੂਰਤ ਬਣਾਈ ਹੈ, ਤੇ ਜਦੋਂ ਅਸੀਂ ਕੇਸ ਕੱਟਦੇ ਹਾਂ, ਉਹਦਾ ਮਤਲਬ ਇਹ ਹੁੰਦਾ ਵੀ ਰੱਬ ਨੂੰ ਕਹਿਣਾ, ਤੈਨੂੰ ਮਹਿਲ ਨਹੀਂ ਬਣਾਉਣਾ ਆਇਆ, ਤੇਰੇ ਨਾਲੋਂ ਮੈਂ ਸਿਆਣਾ, ਮੈਂ ਤੈਨੂੰ ਬਣ ਕੇ ਵਿਖਾਉਣਾ ਵੀ ਬੰਦਾ ਕਿਦਾਂ ਦਾ ਚਾਹੀਦਾ ਸੀ। ਤੇ ਜਦੋਂ ਤਕੜੇ ਬੰਦੇ ਦੇ, ਕਿਸੇ ਰਾਜੇ ਦੇ ਬਣਾਏ ਕਾਨੂੰਨ ਵਿੱਚ ਦਖਲ ਦਈਏ, ਫਿਰ ਸਜ਼ਾ ਮਿਲਦੀ ਹੈ ਕਿ ਨਹੀਂ ਮਿਲਦੀ? ਤੇ ਤਕੜੇ ਦੇ ਅੱਗੇ ਅੜਿਆ ਤੇ ਜਾਣਾ ਨਹੀਂ, ਅੱਜ ਨਹੀਂ ਤੇ ਕੱਲ ਜ਼ੋਰ ਤੇ ਉਹਨੇ ਪਾ ਹੀ ਲੈਣਾ ਹੁੰਦਾ। ਸਿੱਖੀ ਦਾ ਫਲਸਫਾ ਇਹ ਹੈ ਵੀ ਜਿਹੜਾ ਉਹਨੇ ਚਿੱਤਰ ਦਿੱਤਾ, ਉਹਦੀ ਸਾਂਭ ਸੰਭਾਲ ਕਰ, ਸੇਵਾ ਕਰ, ਉਹਨੂੰ ਸਾਂਭ ਕੇ ਰੱਖ, ਉਹਦਾ ਅਦਬ ਕਰ। ਜੈਸਾ ਵੀ ਉਸਨੇ ਮਹਿਲ ਤੈਨੂੰ ਦਿੱਤਾ ਹੈ, ਉਹਦੀ ਸਾਂਭ ਕਰ, ਕਿਉਂਕਿ ਜਦੋਂ ਕੋਠੀ ਪਾਉਨੇ ਆ, ਨਵੀਂ ਮੂਵ ਹੁੰਨੇ ਆ, ਫਿਰ ਆਪਾਂ ਉਹਦੀ ਸਾਂਭ ਬੜੀ ਕਰਦੇ ਆ। ਯਾਦ ਰੱਖ, ਉਹਦੇ ਵਰਗਾ ਕਿਹੜਾ ਇੰਜੀਨੀਅਰ ਹੈ, ਤੇ ਜੋ ਉਸ ਨੂੰ ਭਾਉਂਦਾ ਸੀ ਉਹਨੇ ਦਿੱਤਾ ਹੈ। ਤੇ ਜੇ ਛਾਤੀ ਥੱਲੇ ਹੁੰਦੀ, ਢਿੱਡ ਤਾਂ ਹੁੰਦਾ, ਪਿੰਨੀਆਂ ਭਾਰੀਆਂ ਹੁੰਦੀਆਂ, ਗੋਡਿਓਂ ਤਾਂ ਏਦਾਂ ਲੱਗਣਾ ਜਿੱਦਾਂ ਗੋੜ ਵਾਲੀ ਬੋਰੀ ਤੋਂ ਟਰੱਕ ਲੰਘਿਆ ਹੁੰਦਾ ਹੈ। ਪਰ ਉਹਨੇ ਕੀ ਕੀਤਾ? ਤੇਰੇ ਨਾਲ ਏਦਾਂ ਨਹੀਂ ਕੀਤਾ। ਤੂੰ ਭੱਦਾ ਨਾ ਲੱਗੇ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, 3 ਸਟੈਪਾਂ ਵਿੱਚ ਤੈਨੂੰ ਬਣਾਇਆ ਹੈ। ਢਾਂਚਾ ਖੜਾ ਕੀਤਾ, ਸਵਾਰਿਆ ਗਿਆ, ਤੇ ਫਿਰ ਸ਼ਿੰਗਾਰਿਆ ਗਿਆ ਰੰਗ ਰੋਗਨ ਕਰਕੇ। ਇਹਨੂੰ ਕਹਿੰਦੇ ਨੇ ਦੁਰਲਭ ਦੇਹ ਸਵਾਰ ਧਰੀ। ਦੁਰਲਭ ਜਿਹੀ ਦੇਈ, ਏਡਾ ਸੋਹਣਾ ਜਿਹਾ ਸਰੀਰ ਉਹਨੇ ਸਾਜ ਦਿੱਤਾ ਹੈ, ਤੇ ਤੂੰ ਫਿਰ ਆਪਣੀ ਮਰਜ਼ੀ ਨਾਲ ਇਹਨੂੰ ਵੱਢ ਕੱਟ ਕਰੇ। ਤਾਂ ਹੀ ਭਾਵੇਂ ਤੁਸੀਂ ਰਾਮ ਜੀ ਦਾ ਜੀਵਨ ਪੜ੍ਹ ਲਓ, ਕ੍ਰਿਸ਼ਨ ਦਾ ਪੜ੍ਹ ਲਓ, ਮੁਹੰਮਦ ਜੀ ਦਾ ਪੜ੍ਹ ਲਓ, ਕੇਸਾਂ ਦੀ ਬੇਅਦਬੀ ਨਹੀਂ ਸੀ ਕਿਸੇ ਨੇ ਕੀਤੀ। ਕਿਉਂ ਜੀ? ਰੱਬ ਨੇ ਬੰਦਾ ਬਣਾਇਆ ਹੈ।
ਤੇ ਜੋ ਰੱਬ ਨੇ ਬਣਾਇਆ ਹੈ, ਰੱਬ ਨਾਲੋਂ ਅਸੀਂ ਸਿਆਣੇ ਨਹੀਂ, ਉਹਦੇ 'ਚ ਦਖਲ ਨਹੀਂ ਦੇਣਾ ਚਾਹੀਦਾ। ਔਰ ਜਿਹੜੇ ਕੇਸ ਕੱਟਦੇ ਵੀ ਨੇ, ਕੋਸ਼ਿਸ਼ ਕਰਿਆ ਕਰੋ ਰੱਬ ਦੀ ਦੇਣ ਹੈ, ਔਰ ਗੁਰੂ ਸਾਹਿਬ ਅੱਗੇ ਹੀ ਬੇਨਤੀ ਕਰਿਆ ਕਰੋ ਵੀ ਸਾਨੂੰ ਸਿੱਖੀ ਬਖਸ਼। ਜੇ ਕਿਸੇ ਨੇ ਕੱਟੇ ਵੀ ਨੇ, ਕਿਸੇ ਨੂੰ ਬੁਰਾ ਕਹਿਣ ਦੀ ਲੋੜ ਨਹੀਂ ਹੈ। ਸਿੱਖੀ ਪ੍ਰੇਮ ਸਿਖਾਉਂਦੀ ਹੈ, ਪ੍ਰੇਰ ਕੇ ਨੇੜੇ ਲਾਓ ਔਰ ਸਮਝਾਓ ਵੀ ਇਹ ਤੇਰੇ ਬਾਪ ਨੇ ਬਖਸ਼ਿਸ਼ ਦਿੱਤੀ ਹੈ, ਅਕਾਲ ਪੁਰਖ ਦੀ ਦੇਣ ਹੈ, ਇਹਨੂੰ ਸਾਂਭਿਆ ਕਰ। ਔਰ ਇੱਕ ਨਾ ਇੱਕ ਦਿਨ ਉਹ ਕਿਰਪਾ ਕਰ ਦਿੰਦਾ ਹੈ, ਉਹਦੀਆਂ ਦਾਤਾਂ ਨਾਲ ਪ੍ਰੇਮ ਹੋ ਜਾਂਦਾ ਹੈ, ਸਾਂਭ ਸੰਭਾਲ ਚੱਲ ਪੈਂਦੀ ਹੈ। ਜੇ ਤੁਸੀਂ ਮਾੜਾ ਆਖੋਗੇ, ਭੱਦੀ ਸ਼ਬਦਾਵਲੀ ਵਰਤੋਗੇ, ਜੇ ਕਿਸੇ ਵੀਰ ਨੇ ਕੇਸ ਕੱਟੇ ਨੇ, ਅੱਗੇ ਲੋਕ ਦੁਖੀ ਨੇ, ਉਹਨੇ ਕਹਿਣਾ ਜਾ ਭਰਾਵਾ ਗੁਰਦੁਆਰੇ ਹੀ ਨਹੀਂ ਆਉਂਦੇ ਅਸੀਂ। ਪ੍ਰੇਮ ਨਾਲ ਪ੍ਰੇਰੋ, ਇਤਿਹਾਸ ਸੁਣਾਓ ਬੱਚਿਆਂ ਨੂੰ, ਫਿਰ ਸਿੱਖੀ ਵਿੱਚ ਰਹਿਣਗੇ। ਦੀਨ ਦੁਨੀਆ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੇਸ਼ ਬੜੇ ਨੇ, ਪਰ ਸਿੱਖਾ ਤੂੰ ਵੇਸ਼ ਉਹ ਰੱਖ ਜਿਹੜਾ ਉਸਨੇ ਦਿੱਤਾ। ਕਬੀਰ ਜੈਸੀ ਉਪਜੀ ਪੇੜ ਤੇ, ਜੋ ਤੈਸੀ ਨਿਭ ਹੈ ਓੜ। ਜਿੱਦਾਂ ਦਾ ਉਹ ਪੈਦਾ ਕਰ ਰਿਹਾ ਹੈ, ਸਰੀਰ ਦੇ ਨਾਲ ਕੋਈ ਸ਼ੈਤਾਨੀ ਨਾ ਕਰ, ਸਿਆਣਪ ਨਾ ਵਰਤ, ਤੇ ਵੇਖੀ ਕੀ ਬਣੇਗਾ। ਉਹ ਇੱਕ ਸਿੱਖ ਹੀ ਹੈ, ਸੰਪੂਰਨ ਉਹਦੀ ਬਣਾਈ ਕਾਇਆ ਹੈ, ਉਹਦੇ ਵੱਲ ਵੇਖ ਕੇ ਹੀ ਪਤਾ ਲੱਗੇਗਾ ਇਹ ਸਿੱਖ ਹੈ। ਦੱਸਣਾ ਨਹੀਂ ਪਵੇਗਾ ਜੋ ਰੱਬ ਨੇ ਬਣਾਇਆ ਹੈ। ਗੁਰੂ ਮਹਾਰਾਜ ਕਹਿੰਦੇ ਨੇ ਠੀਕ ਹੈ ਵੇਸ਼ ਬੜੇ ਨੇ, ਉਦਾਹਰਣ ਕੀ ਦਿੱਤੀ ਹੈ? ਕਹਿੰਦੇ ਵਿਸੂਏ 15 ਵਾਰ ਅੱਖ ਚਮਕਣੀ ਤੇ ਚਸਿਆ ਕੀ ਹੈ? ਗੁਰੂ ਸਾਹਿਬ ਆਖਣ ਲੱਗੇ 15 ਵਿਸ਼ਿਆਂ ਦਾ ਇੱਕ ਚਸਾ। ਅੱਗੇ ਕੀ ਕਹਿ ਰਹੇ ਨੇ? ਘੜੀਆਂ। ਹੁਣ ਚਸਾ ਜਿਹੜਾ ਹੁੰਦਾ ਨਾ, 30 ਚਸਿਆਂ ਦਾ ਇੱਕ ਪਲ ਹੁੰਦਾ ਹੈ ਔਰ 60 ਪਲਾਂ ਦੀ ਇੱਕ ਘੜੀ ਹੁੰਦੀ ਹੈ। ਅੱਗੇ ਕੀ ਹੈ? ਪਹਿਰਾ। 8 ਘੜੀਆਂ ਦਾ ਇੱਕ ਪਹਿਰ ਹੁੰਦਾ ਹੈ। ਥਿੱਤੀ। ਵਾਰੀ ਮਾਹੋ ਹੋਆ ਥਿੱਤੀ, 15 ਦਿਨ ਨੂੰ ਥਿੱਤ ਕਹਿੰਦੇ ਨੇ, ਤੇ 15 ਰਾਤਾਂ ਦੀ ਤੇ 15 ਥਿੱਤਾਂ ਨੂੰ ਇਕੱਠਿਆਂ ਕਰ ਦਵੋ, ਵਾਰੀ ਬਣ ਗਈ ਹੈ। 7 ਦਿਨ ਹੁੰਦੇ ਨੇ ਵਾਰੀ ਵਿੱਚ, ਅਤੇ ਮਾਹ ਵਿੱਚ 30 ਦਿਨ ਨੇ। ਇਉਂ ਪਾਤਸ਼ਾਹ ਕਹਿੰਦੇ ਨੇ ਵਿਸੂਐ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ। ਹੁਣ ਇਹ ਵੱਖੋ ਵੱਖਰੇ ਰੂਪ ਕਾਦੇ ਨੇ? ਅਨਵੈ ਅਰਥ ਸਮਝਿਓ। ਅਨੇਕਾਂ ਹੀ ਰੁੱਤਾਂ ਪੈਦਾ ਹੋਈਆਂ, ਅਨੇਕਾਂ ਹੀ ਸਮੇਂ ਦੀਆਂ ਉਦਾਹਰਨਾਂ ਨੇ, ਪਰ ਇਹਨਾਂ ਸਾਰਿਆਂ ਦਾ ਖਸਮ ਕੌਣ ਹੈ? ਉਹ ਹੈ ਸੂਰਜ। ਸੂਰਜ ਤੋਂ ਹੀ ਹੈ ਨਾ ਸਭ ਕੁਝ, ਸੂਰਜ ਤੋਂ ਹੀ ਸਮਾਂ ਹੈ, ਸੂਰਜ ਤੋਂ ਹੀ ਵਿਸੂ ਹੈ, ਘੜੀਆਂ ਨੇ, ਪਹਿਰ ਹੈ, ਥਿੱਤੀ ਹੈ, ਵਾਰਾਂ ਨੇ, ਮਾਹ ਨੇ। ਆਖਣ ਲੱਗੇ ਸੂਰਜ ਏਕੋ, ਰੁੱਤ ਅਨੇਕ। ਕਿੰਨੀਆਂ ਰੁੱਤਾਂ ਨੇ? ਰੁੱਤਾਂ ਦੇਖੋ ਤੁਸੀਂ, ਗਰਮੀ ਹੈ, ਸਰਦੀ ਹੈ, ਕਿੰਨੇ ਹੀ ਸੀਜ਼ਨ ਨੇ, ਕਿੰਨੀਆਂ ਹੀ ਰੁੱਤਾਂ ਨੇ। ਮਹਾਰਾਜ ਆਖਣ ਲੱਗੇ ਜਿਵੇਂ ਬੇਅੰਤ ਰੁੱਤਾਂ ਵਿਸੂਐ ਚਸਿਆ ਘੜੀਆ, ਇਹਨਾਂ ਸਾਰਿਆਂ ਦਾ ਮਾਲਕ ਇੱਕ ਸੂਰਜ ਹੈ, ਇਦਾਂ ਹੀ ਸਾਰੇ ਧਰਮ ਜਿਹੜੇ ਨੇ ਉਹਨਾਂ ਦਾ ਮਾਲਕ ਪਰਮਾਤਮਾ ਹੈ। ਸਾਰੇ ਹੀ ਉਸ ਪਰਮਾਤਮਾ ਦੀ ਉਪਜ ਨੇ। ਇਸ ਤਰ੍ਹਾਂ ਦੇ ਨਾਲ ਕਾਲ ਦੇ ਸੂਚਕ ਜਿੰਨੇ ਵੀ ਨੇ, ਇਹ ਸਾਰੇ ਸੂਰਜ ਤੋਂ ਨੇ, ਰੁੱਤਾਂ ਸਾਰੀਆਂ ਸੂਰਜ ਤੋਂ ਨੇ। ਬਾਪੂ ਆਖਣ ਲੱਗੇ ਇਸ ਪ੍ਰਕਾਰ ਦੇ ਨਾਲ ਜਿੰਨੇ ਵੀ ਸਰੀਰ ਨੇ, ਧਾਰਮਿਕ ਸ਼ਾਸਤਰ ਨੇ, ਗੁਰੂ ਪੀਰ ਪੈਗੰਬਰ ਨੇ, ਸਾਰੇ ਇੱਕ ਪਰਮਾਤਮਾ ਤੋਂ ਪੈਦਾ ਹੋਏ ਨੇ। ਹੁਣ ਇੱਕ ਸਮੁੰਦਰ ਹੈ, ਸਮੁੰਦਰ ਤੇ ਲੱਖਾਂ ਛੱਲਾਂ ਨੇ। ਕੋਈ ਛੱਲ ਵੱਡੀ ਹੈ, ਕੋਈ ਪੈਗੰਬਰ ਆ ਗਿਆ ਸਾਡੇ ਨੂੰ ਵੱਡੀ ਤਾਕਤ ਵਾਲਾ, ਕੋਈ ਨਿੱਕੀ ਛੱਲ ਹੈ, ਤੇ ਕੋਈ ਸਾਡੇ ਵਰਗਾ ਬੁਲਬੁਲਾ ਹੈ। ਸਾਰੇ ਸਮੁੰਦਰ ਤੋਂ ਹੀ ਪੈਦਾ ਹੋਏ ਆ ਨਾ, ਕਿਤੇ ਪਾਸਿਓਂ ਤੇ ਨਹੀਂ ਪੈਦਾ ਹੋਏ। ਸਾਰੇ ਸਮੁੰਦਰ ਤੋਂ ਹੀ ਪੈਦਾ ਹੋਏ ਹਾਂ। ਤੇ ਮਿਲਾਂਗੇ ਕਿੱਥੇ? ਅੱਖ ਝਮਕ ਕੇ ਵੇਖਿਓ ਵੀ ਸਮੁੰਦਰ ਤੋਂ ਜਿਹੜੀਆਂ ਛੱਲਾਂ ਪੈਦਾ ਹੋਈਆਂ ਗਈਆਂ ਕਿੱਥੇ ਨੇ? ਸਮੁੰਦਰ ਤੋਂ ਜਿਹੜੇ ਬੁਲਬੁਲੇ ਪੈਦਾ ਹੋਏ ਗਏ ਕਿੱਥੇ ਨੇ? ਭਾਵੇਂ ਕੋਈ ਛੋਟੀ ਛੱਲ ਹੈ, ਛੋਟੀ ਲਹਿਰ ਹੈ, ਛੋਟਾ ਬੁਲਬੁਲਾ ਹੈ, ਸਾਰੇ ਹੀ ਸਮੁੰਦਰ ਵਿੱਚ ਮਿਲ ਜਾਣੇ ਨੇ। ਤੇ ਸਮੁੰਦਰ ਕੌਣ ਹੈ?
फिर पढ़ते हो आप नारायण कलाधार जग मह परवरियो, गुरु नानक ही समुंदर है। गुरु नानक दा निर्गुण स्वरूप समुंदर है, आप वो छल बन के सरगुण बन के दुनिया ते आया है। इउं पातशाह कहते जिवें सूरज तो सारे ही काल दे वाचक ने, इसे तरह उन्हां दी ताकत भिन्न भिन्न है, मौसम वखो वखरे ने। जिहड़ा परमात्मा है ਉਹਦੇ ਤੋਂ ही सारे ਆਪਾਂ पैदा होए हाँ। ईरखा कादी है? ईरखा तो इन्नी है भी एक देश दूजे नूं वेखना नहीं चाहुंदा। हिंदू मुसलमान नूं वेखना नहीं चाहुंदा, मुसलमान हिंदू नूं नहीं, हिंदू सिख नूं वेखना नहीं चाहुंदा। 84 क्यों होई है? बीबी इंदिरा सिख नूं वेखना नहीं चाहुंदी। ते मैं हैरान रह जाना, बीबी भी जिहड़ा जनेऊ पाई फिरदे जे ना, सारा टब्बर वो सिखां दी देन है। बचिया ही तां है। किवें बचिया? तिलक जंजू राखा प्रभ ताका, कीनो बड़ो कलू मैं शाका। सिखां भाईचारक सांझ निभाई, धर्म की रखिया कीती, ते तूं उन्हां दे पिछे पै गई है। खैर ये सुभाव हुंदा है, ਇਹਦੇ 'ਚ ਧਰਮ ਦਾ ਓਡਾ ਗੁਨਾਹ ਨਹੀਂ ਹੁੰਦਾ। ਜਿਵੇਂ ਇਸਲਾਮ ਧਰਮ ਮਾੜਾ ਨਹੀਂ ਹੈ, ਪਰ ਵਿੱਚ ਕਾਂ ਕਿਆਰੀ ਔਰੰਗਜ਼ੇਬ ਪੈਦਾ ਹੋ ਗਿਆ, ਉਹ ਕਹਿੰਦਾ ਸਾਰੇ ਹੀ ਮੈਂ ਨਮਾਜ਼ੀ ਬਣਾ ਲੈਣੇ ਨੇ। ਇੱਦਾਂ ਕਈ ਇੰਦਰਾ ਵਰਗੇ ਜੰਮ ਪੈਂਦੇ, ਉਹ ਕਹਿੰਦੇ ਸਾਰੇ ਹੀ ਹਿੰਦੂ ਬਣਾ ਲੈਣੇ ਨੇ। ਇਹ ਗੱਲ ਠੀਕ ਨਹੀਂ ਹੈ। ਤੁਸੀਂ ਆਪਣੇ ਧਰਮ ਦਾ ਪ੍ਰੇਮ ਨਾਲ ਪ੍ਰਚਾਰ ਕਰੋ ਤੇ ਆਪੇ ਤੁਹਾਡੇ ਧਰਮ ਦੇ ਵਿੱਚ ਤੁਸੀਂ ਪ੍ਰੇਮ ਕਰੋ ਤੇ ਹੋਰ ਧਰਮਾਂ ਦੇ ਲੋਕ ਤੁਰੇ ਆਉਣਗੇ। ਇਸੇ ਕਰਕੇ ਸਾਈਂ ਮੀਆਂ ਮੀਰ ਵਰਗੇ ਬੜੇ ਬੜੇ ਮੁਸਲਮਾਨ ਸੰਤ ਪੁਰਸ਼ ਗੁਰੂ ਦੀ ਸ਼ਰਨ ਆਉਂਦੇ ਸਨ। ਗੁਰੂ ਪ੍ਰੇਮ ਕਰਦਾ ਸੀ ਸਾਰਿਆਂ ਨਾਲ। ਜੋ ਸਰਣੇ ਆਵੈ ਤਿਸ ਕੰਠ ਲਾਵੈ। ਸਿੱਖੀ ਦਾ ਸਿਧਾਂਤ ਹੈ। ਹਰਮੰਦਰ ਦੇ 4 ਦਰਵਾਜ਼ੇ ਇਸੇ ਲਈ ਨੇ। ਸ਼੍ਰੀ ਹਰਮੰਦਰ ਸਾਹਿਬ ਦੇ 4 ਦਰਵਾਜ਼ੇ ਇਸੇ ਲਈ ਨੇ। ਜੋ ਸਰਣੇ ਆਵੈ ਤਿਸ ਕੰਠ ਲਾਵੈ। ਜਗਤ ਗੁਰੂ ਕਿਉਂ ਹੈ ਗੁਰੂ ਨਾਨਕ? ਮੁਸਲਮਾਨ ਆਵੇ, ਹਿੰਦੂ ਆਵੇ, ਸਭ ਚਰਨਾਂ ਤੇ ਛਾਤੀ ਨਾਲ ਲਾਉਂਦਾ ਹੈ, ਸਾਰਿਆਂ ਦੇ ਦੁੱਖ ਕੱਟਦਾ। ਸਿੱਖ ਆਵੇ, ਈਸਾਈ ਆਵੇ, ਕੋਈ ਵੀ ਆਵੇ। ਪਰ ਸਾਡੇ 'ਚ ਭੇਖ ਜਿਹੜੇ ਨੇ ਨਾ, ਇੱਕ ਭੇਖ ਦੂਜੇ ਦੇ ਨਾਲ ਝਗੜਾ ਕਰਦਾ, ਇੱਕ ਦੇਸ਼ ਦੂਜੇ ਨਾਲ ਝਗੜਾ ਕਰਦਾ। ਹਿੰਦੀ ਬੋਲਣ ਵਾਲਾ ਪੰਜਾਬੀ ਵਾਲੇ ਦੇ ਉਲਟ ਚੱਲਦਾ ਹੈ, ਪੰਜਾਬੀ ਵਾਲਾ ਹਿੰਦੀ ਦੇ ਉਲਟਾ, ਕੋਈ ਅਰਬੀ ਪੜ੍ਹਨ ਵਾਲਾ ਸੰਸਕ੍ਰਿਤ ਦੇ ਉਲਟ ਚੱਲ ਰਿਹਾ ਹੈ। ਚਾਰੇ ਪਾਸੇ ਧਰਮ ਦੇ ਨਾਂ ਤੇ, ਭਾਸ਼ਾ ਦੇ ਨਾਮ ਤੇ ਝਗੜੇ ਹੀ ਝਗੜੇ ਨੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਂਝੀਵਾਲਤਾ ਦਾ ਉਪਦੇਸ਼ ਦਿੰਦੇ ਨੇ, ਓਏ ਇੱਕੇ ਹੀ ਸਮੁੰਦਰ ਦੀ ਪੈਦਾਇਸ਼ ਹੋ, ਝਗੜਾ ਕਾਹਦਾ ਹੈ? ਕੋਈ ਛਲ ਉਸਨੇ ਵੱਡੀ ਪੈਦਾ ਕਰ ਦਿੱਤੀ ਹੈ, ਕੋਈ ਲਹਿਰ ਛੋਟੀ ਹੈ, ਇਹ ਤੇ ਸਮੁੰਦਰ ਤੇ ਨਿਰਭਰ ਕਰਦਾ ਹੈ। ਪਰ ਜੋ ਰੱਬ ਨੂੰ ਭਾਉਂਦਾ ਹੈ, ਦੇਖੋ ਤੁਹਾਡੇ ਘਰ ਉਹ ਰਹਿ ਸਕਦਾ ਜਿਹੜਾ ਤੁਹਾਨੂੰ ਚੰਗਾ ਲੱਗੇ। ਜਿਹੜਾ ਚੰਗਾ ਨਹੀਂ ਲੱਗਦਾ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਜੇ ਨਾ। ਜੇ ਹਿੰਦੂ ਮਾੜਾ ਹੈ ਤੇ ਸੰਸਾਰ ਰੱਬ ਦਾ ਘਰ ਹੈ, ਹਿੰਦੂਆਂ ਨੂੰ ਚੁੱਕ ਕੇ ਬਾਹਰ ਕੱਢ ਦੇਵੇ, ਪੈਦਾ ਹੀ ਨਾ ਕਰੇ। ਮੁਸਲਮਾਨ ਮਾੜਾ ਸੀ ਤੇ ਮੁਸਲਮਾਨ ਪੈਦਾ ਨਹੀਂ ਸੀ ਹੋਣ ਦੇਣਾ ਰੱਬ ਨੇ। ਸਿੱਖ ਮਾੜਾ ਹੈ ਤੇ ਸਿੱਖ ਨਾ ਪੈਦਾ ਹੁੰਦਾ, ਈਸਾਈ ਮਾੜਾ ਹੈ ਤੇ ਈਸਾਈ ਪੈਦਾ ਨਾ ਹੁੰਦਾ। ਜੇ ਉਹਨੂੰ ਭਾਉਂਦੇ ਨੇ ਤੇ ਵੱਖੋ ਵੱਖ ਭਾਂਡੇ ਉਹਨੇ ਸਾਜੇ ਹੋਏ ਨੇ। ਫਿਰ ਮੈਂ ਕਹਿ ਦੇਵਾਂ, ਸਿੱਖੀ ਸਿਧਾਂਤ ਵਿੱਚ ਉਹਨਾਂ ਧਰਮਾਂ ਨਾਲੋਂ ਇਹ ਅੰਤਰ ਹੈ ਵੀ ਰਸਤਾ ਸ਼ਾਰਟਕਟ ਹੈ। ਸੇਵਾ ਤੇ ਸਿਮਰਨ ਨਾਲ ਬੰਦਾ ਛੇਤੀ ਖੁਸ਼ ਹੁੰਦਾ ਹੈ। ਰੱਬ ਦਾ ਵੀ ਇਹ ਸੁਭਾਅ ਹੈ, ਉਹਨੂੰ ਯਾਦ ਕਰੋ, ਉਹਦੀ ਵਡਿਆਈ ਕਰੋ, ਉਹਦੀ ਬੱਲੇ ਬੱਲੇ ਕਰੋ ਤੇ ਉਹ ਖੁਸ਼ ਹੋ ਜਾਂਦਾ ਹੈ। ਇਹ ਸ਼ਾਰਟਕਟ ਰਸਤਾ ਹੈ। ਦੂਸਰੇ ਥੋੜਾ ਸਮਾਂ ਲਾਉਂਦੇ ਨੇ, ਜਾਂਦੇ ਸਾਰੇ ਹੀ ਰੱਬ ਤਾਈਂ ਨੇ। ਇਸ ਗੱਲ ਦਾ ਖਿਆਲ ਰੱਖਿਓ। ਮਹਾਰਾਜ ਨੇ ਇੱਥੇ ਸਮਝਾਇਆ ਹੈ, ਸਾਰਿਆਂ ਵਿੱਚ ਰੱਬ ਵਸਦਾ ਹੈ। ਸਾਰਿਆਂ ਦਾ ਅਦਬ ਕਰੋ, ਸਤਿਕਾਰ ਕਰੋ। ਸਾਰਿਆਂ ਦੇ ਵਿੱਚ ਜੋਤ ਇੱਕੋ ਹੀ ਹੈ। ਇਲੈਕਟ੍ਰੀਸਿਟੀ ਇੱਕ ਹੀ ਕੰਮ ਕਰਦੀ ਹੈ, ਵਾਧੂ ਬਲਬ ਲੱਗੇ ਨੇ। ਕੋਈ ਝੂਮਰ ਹੈ, ਕੋਈ ਛੋਟਾ, ਕੋਈ ਵੱਡਾ ਹੈ, ਕੋਈ ਛੱਲ ਵੱਡੀ ਹੈ, ਕੋਈ ਛੋਟੀ ਹੈ। ਆਧਾਰ ਪਾਣੀ ਹੈ। ਸਾਰਿਆਂ ਦਾ ਆਧਾਰ ਉਹ ਪਰਮਾਤਮਾ ਹੈ। ਗੁਰੂ ਗੋਬਿੰਦ ਸਿੰਘ ਨੇ ਤੇ ਕਮਾਲ ਦੀ ਗੱਲ ਲਿਖੀ ਹੈ, ਕਹੂੰ ਹੋਇ ਕੈ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ। ਕਾਹੂੰ ਹੋਕੇ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ। ਕਿਤੇ ਤੂੰ ਹਿੰਦੂਆਂ ਵਿੱਚ ਸਮਾ ਕੇ ਗਾਇਤਰੀ ਪੜ੍ਹ ਰਿਹਾ, ਕਹੂੰ ਹੋਇ ਕੇ ਤੁਰਕਾ ਪੁਕਾਰੇ ਬਾਂਗ ਦੇ ਤੋ। ਕਿਤੇ ਤੂੰ ਮੁਸਲਮਾਨਾਂ ਵਿੱਚ ਸਮਾ ਕੇ ਬਾਂਗਾਂ ਦੇਈ ਜਾ ਰਿਹਾ ਹੈ, ਤੇ ਕਿਤੇ ਸਿੱਖ ਹੋ ਕੇ ਤੂੰ ਜਪਜੀ ਪੜ੍ਹਦਾ ਹੈ ਤੇ ਸਾਰਿਆਂ ਵਿੱਚ ਤੂੰ ਹੀ। ਕਿਤੇ ਤੂੰ ਜਟਾਧਾਰੀ ਹੈ, ਕਿਤੇ ਤੂੰ ਮਾਲਾ ਚੁੱਕੀ ਫਿਰਦਾ ਹੈ, ਕਿਤੇ ਤੂੰ ਜੋਗੀ ਬਣਿਆ ਹੈ, ਕਿਤੇ ਜੰਗਮ ਬਣਿਆ ਹੈ।
ਕਿਤੇ ਤੂੰ ਕ੍ਰਿਸ਼ਨ ਬਣ ਕੇ ਬੰਸਰੀ ਵਜਾਈ ਹੈ, ਲੀਲਾ ਕਰ ਰਿਹਾ, ਕਿਤੇ ਰਾਮ ਦੇ ਵਿੱਚ, ਰਾਮਚੰਦਰ ਵਿੱਚ ਆਪਣੀ ਰੂਹ, ਆਪਣੇ ਸਵਾਸ ਫੂਕ ਕੇ ਮਰਿਆਦਾ ਦਾ ਧਾਰਨੀ ਬਣਾ ਦਿੱਤਾ ਹੈ। ਕਿਤੇ ਤੂੰ ਮੁਹੰਮਦ ਵਿੱਚ ਵੜਿਆ ਹੈ, ਸਾਰਿਆਂ ਵਿੱਚ ਤੂੰ ਸਮਾਇਆ ਹੈ, ਸਾਰਿਆਂ 'ਚ ਤੇਰੀ ਹੀ ਜੋਤ ਹੈ। ਕਿਤੇ ਤਾਕਤ ਥੋੜ੍ਹੀ ਹੈ, ਕਿਤੇ ਤਾਕਤ ਬਹੁਤੀ ਤੂੰ ਬਖਸ਼ ਦਿੱਤੀ ਹੈ। ਇਹ ਨਹੀਂ ਕਿਹਾ ਜਾ ਸਕਦਾ ਵੀ ਜਿਹੜਾ ਰੱਬ ਆਪਣੇ ਵਿੱਚ ਹੈ ਉਹ ਮੁਸਲਮਾਨ ਵਿੱਚ ਨਹੀਂ ਹੈ, ਜੋ ਮੁਸਲਮਾਨ ਵਿੱਚ ਹੈ ਉਹ ਸਾਡੇ ਵਿੱਚ ਨਹੀਂ ਹੈ। ਮਹਾਰਾਜ ਕਹਿੰਦੇ ਇਹ ਸਾਰੀ ਤੇਰੀ ਹੀ ਖੇਡ ਹੈ। ਜਿਵੇਂ ਮਿੱਟੀ ਇੱਕ ਹੁੰਦੀ ਹੈ, ਉਹਦਾ ਘੜਾ ਵੀ ਬਣਾ ਲੈਂਦੇ ਨੇ ਘੁਮਿਆਰ ਵੀਰ, ਉਹਦੇ ਭਾਂਡੇ ਵੱਖੋ ਵੱਖਰੇ ਵੀ ਬਣਾ ਲੈਂਦੇ ਨੇ। ਤੇ ਔਰੰਗਜ਼ੇਬ ਨੂੰ ਕਲਗੀਧਰ ਨੇ ਨਾ ਜ਼ਫਰਨਾਮੇ ਵਿੱਚ ਕਿਹਾ ਸੀ, ਕਹਿੰਦੇ ਗੱਲ ਸੁਣ, ਇਸ ਗੱਲ ਨੂੰ ਸਮਝ। ਕਹਿੰਦੇ ਸਮਝਣਾ ਕੀ ਹੈ? ਕਹਿੰਦੇ ਸਾਰਿਆਂ ਵਿੱਚ ਪਰਮਾਤਮਾ ਸਮਾਇਆ ਹੈ। ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾ ਮੇਲ ਕਰਿਓ, ਕਿਉਂਕਿ ਬਾਣੀ ਵਿੱਚ ਲਹੂ ਇੱਕ ਹੀ ਹੈ। ਦਸਾਂ ਪਾਤਸ਼ਾਹੀਆਂ ਦਾ ਕੋਈ ਵੀ ਬੋਲ ਬਾਲਾ ਬਚਨ ਹੈ, ਲਹੂ ਇੱਕ ਹੀ ਹੈ। ਠੀਕ ਹੈ, ਰੁਤਬਾ ਇਸ ਤਰ੍ਹਾਂ ਹੁੰਦਾ ਹੈ, ਰੁਤਬਾ ਇੱਕ ਨੂੰ ਮਿਲਦਾ ਔਰ ਉਹ ਰੁਤਬਾ ਗੁਰੂ ਗ੍ਰੰਥ ਸਾਹਿਬ ਕੋਲ ਹੈ। ਗੁਰੂ ਦਾ ਘਰ ਦਾ ਆਗੂ ਇੱਕ ਹੀ ਹੁੰਦਾ ਹੈ, ਪਰ ਬਾਕੀ ਮੈਂਬਰ ਘਰੋਂ ਨਹੀਂ ਕੱਢੇ ਜਾਂਦੇ। ਹੁਣ ਮਹਾਰਾਜ ਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਕਹਿ ਰਹੇ ਨੇ, ਰਾਮ ਸਾਰਿਆਂ 'ਚ ਸਮਾਇਆ ਹੈ। ਤੇ ਕਿਸੇ ਨਾਲ ਧੱਕਾ ਕਿਉਂ ਕਰਦੇ ਜੇ? ਇੱਕ ਤਰੀਕੇ ਦੇ ਨਾਲ ਰੱਬ ਦੇ ਨਾਲ ਹੀ ਧੱਕਾ ਹੈ। ਹਿੰਦੂ ਤੇ ਜ਼ੁਲਮ ਹੈ, ਗੁਰੂ ਤੇਗ ਬਹਾਦਰ ਸਾਹਿਬ ਜਨੇਊ ਰੱਖ ਰਹੇ ਨੇ। ਮੁਸਲਮਾਨ ਤੇ ਜ਼ੁਲਮ ਹੈ, ਤੇ ਫਿਰ ਵੀ ਬਾਪੂ ਬਾਂਹ ਫੜਦਾ ਹੈ। ਸਿੱਖ ਤੇ ਜ਼ੁਲਮ ਹੈ, ਫਿਰ ਵੀ ਬਾਂਹ ਫੜਦਾ ਹੈ, ਕਿਉਂਕਿ ਗੁਰੂ ਬਾਹਰੋਂ ਨਹੀਂ ਅੰਦਰੋਂ ਦੇਖਦਾ ਹੈ ਵੀ ਜ਼ੁਲਮ ਤੇ ਰੱਬ ਦੇ ਬੰਦੇ ਤੇ ਹੀ ਹੋ ਰਿਹਾ ਹੈ ਨਾ। ਤੇ ਕੀ ਕਹਿੰਦੇ ਨੇ ਬਾਣੀ ਵਿੱਚ? ਮਹਾਰਾਜ ਕਹਿੰਦੇ ਨੇ, ਦੇਖ ਜਿੰਨੇ ਵੀ ਘੜੇ ਨੇ ਸਾਰਿਆਂ 'ਚ ਪਾਣੀ ਇੱਕ ਹੀ ਹੈ। ਸਭੈ ਘਟ ਰਾਮ ਬੋਲੇ। ਅੱਗੇ ਸਵਾਲ ਕੀਤਾ ਹੈ, ਸਭੈ ਘਟ ਰਾਮ ਬੋਲੇ, ਪ੍ਰੋੜਤਾ ਕਰਨ ਲੱਗੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਰੱਬ ਤੋਂ ਬਿਨਾ ਕਿਹੜਾ ਦੂਜਾ ਰੱਬ ਹੈ ਜਿਹੜਾ ਹੋਰ ਕਿਤੇ ਬੋਲ ਰਿਹਾ? ਸਾਰਿਆਂ ਵਿੱਚ ਉਹ ਬੋਲਦਾ, ਤੂੰ ਘਰ ਜ਼ਬਰ ਅਜ਼ ਮਹਾਰਾਸ਼ੀ ਮੁਕਨ। ਤੂੰ ਘਰ ਜ਼ਬਰ, ਤੂੰ ਕਹਿੰਦੇ ਜੇ ਜ਼ਬਰ ਕਰੇਗਾ, ਗਰ ਦਾ ਮਤਲਬ ਹੈ ਅਗਰ, ਤੂੰ ਜੇ ਜ਼ੁਲਮ ਕਰੇਗਾ, ਖਾਰਾਸ਼ੀ ਮੁਕਨ, ਤੂੰ ਘਰ ਜ਼ਬਰ ਖਾਰਾਸ਼ੀ ਮੁਕਨ। ਦਸਮ ਦੀ ਬਾਣੀ ਨੂੰ ਤਾਂ ਰੱਦ ਕਰਦੇ ਨੇ, ਇਹਨਾਂ ਨੂੰ ਸਮਝ ਨਹੀਂ ਜੇ ਆਉਂਦੀ। ਰੱਬ ਦਾ ਵਾਸਤਾ ਪੜ੍ਹਾਈ ਪਤਾ ਨਹੀਂ ਕਿੱਥੇ ਕੀਤੀ ਹੈ, ਤੇ ਨਾ ਅੱਗੇ ਪ੍ਰੋਫੈਸਰ ਲਾਇਆ ਹੈ ਤੇ ਆਹ ਅਰਥ ਕਰਕੇ ਵਿਖਾ ਦੇਣ ਤੇ ਆਪਾਂ ਵੀ ਹੱਥ ਜੋੜ ਦਈਏ। ਆਉਂਦਾ ਕੁਝ ਨਹੀਂ ਹੈ, ਟੀਕਾ ਚੋਕੇ ਲਿਆਉਣਗੇ ਇੱਕ, ਫਿਰ ਭਾਵੇਂ ਕੋਈ ਪੜ੍ਹ ਕੇ ਕਰ ਦੇਣ। ਤੇ ਕਹਿੰਦੇ ਗੱਲ ਸੁਣ ਮੇਰੀ ਔਰੰਗਜ਼ੇਬ, ਗੱਲ ਸੁਣ ਮੇਰੀ, ਗਰੀਬਾਂ ਨੂੰ ਦੁੱਖ ਨਾ ਦੇ, ਨਾ ਤਰਾਸ਼ ਗਰੀਬਾਂ ਨੂੰ, ਨਾ ਛਿੱਲ ਗਰੀਬਾਂ ਨੂੰ, ਨਾ ਗਰੀਬਾਂ ਨੂੰ ਤੰਗੀ ਦੇ। ਤੂੰ ਘਰ ਜ਼ਬਰ ਖਰਾਸ਼ੀ ਮਕਨ, ਗਰੀਬਾਂ ਨੂੰ ਤੂੰ ਛਿੱਲਦਾ ਹੈ, ਗਰੀਬਾਂ ਨੂੰ ਤੂੰ ਦੁੱਖ ਦਿੰਦਾ ਹੈ। ਕਸਮ ਰਾਬਾ ਤਰੇਸ਼ੀ ਤਰਾਸ਼ੀ ਮਕਨ। ਜਿਹੜੇ ਰਾਮਗੜੀਏ ਸਿੱਖ ਨੇ ਨਾ, ਉਹ ਤੇਸਾ ਲੈ ਕੇ ਤੇ ਲੱਕੜ ਛਿੱਲਦੇ ਨੇ। ਜਿਹੜੇ ਵੀਰ ਲੱਕੜ ਦਾ ਕੰਮ ਕਰਦੇ ਨੇ, ਕੰਮ ਤੇ ਆਪਾਂ ਕੋਈ ਵੀ ਕਰ ਲੈਨੇ, ਪਰ ਇਹ ਕੰਮਾਂ ਦੀ ਬਖਸ਼ਿਸ਼ ਹੁੰਦੀ ਹੈ ਰੱਬ ਵੱਲੋਂ ਹੀ। ਕੋਈ ਕਾਰੀਗਰੀ ਚੰਗੀ ਕਰ ਲੈਂਦਾ ਹੈ, ਕੋਈ ਲੱਕੜ ਦਾ ਕੰਮ ਚੰਗਾ ਕਰ ਲੈਂਦਾ ਹੈ, ਕੋਈ ਇੱਟਾਂ ਦਾ ਕੰਮ ਚੰਗਾ ਕਰ ਲੈਂਦਾ ਹੈ, ਕੋਈ ਸੁਨਿਆਰਾ ਸਿੱਖ ਇੱਧਰ ਸੋਨੇ ਸਾਨੇ ਦਾ ਕੰਮ ਚੰਗਾ ਕਰ ਲੈਂਦਾ। ਇਹ ਗੁਣ ਦਿੱਤੇ ਨੇ ਰੱਬ ਨੇ। ਉਹ ਰਾਮਗੜੀਆ ਵੀਰ ਕੀ ਕਰਦਾ ਹੈ, ਮਿਸਤਰੀ ਵੀਰ ਕੀ ਕਰਦਾ ਹੈ, ਕਾਰੀਗਰ ਵੀਰ ਕੀ ਕਰਦਾ, ਵੀ ਤੇਸਾ ਲੈ ਕੇ ਤੇ ਲੱਕੜ ਛਿੱਲਦਾ ਹੈ। ਤੇ ਕਲਗੀਧਰ ਪਾਤਸ਼ਾਹ ਆਖਣ ਲੱਗੇ, ਗੱਲ ਸੁਣ, ਤੂੰ ਕਸਮ ਦਾ ਤੇਸਾ ਲੈ ਕੇ ਲੋਕਾਂ ਦੀ ਖੱਲ ਨਾ ਲਾ। ਝੂਠੀਆਂ ਕਸਮਾਂ ਖਾ ਖਾ ਕੇ ਦੁੱਖ ਕਿਉਂ ਦਿੰਦਾ ਹੈ, ਕਿਉਂ ਛਿੱਲਦਾ ਹੈ ਲੋਕਾਂ ਨੂੰ? ਦੇਖ ਕਹਿੰਦੇ, ਗੁਰੂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਕਈ ਮੇਰੇ ਵਰਗੇ ਕਮਲੇ ਉਹ ਸਟੇਜ ਤੇ ਬਹਿ ਕੇ ਆਖਣਗੇ, ਗੁਰੂ ਨਾਲ ਧੋਖਾ ਕੀਤਾ ਔਰੰਗਜ਼ੇਬ ਨੇ। ਠੱਗਿਆ ਬੰਦਾ ਜਾਂਦਾ ਹੈ, ਰੱਬ ਠੱਗਿਆ ਨਹੀਂ ਜਾਂਦਾ। ਕਲਗੀਧਰ ਕਹਿੰਦੇ, ਗੱਲ ਸੁਣ,
कि पैमा शिकन बेद रंग आमदन मैं तेग तीरो तुफंग आमदन। कहते आ लखां कसमां खा के तोड़ के आ गए ने, ये मेरे नाल लड़न आए ने। कोई शर्म नहीं है, कोई हया नहीं है। धार्मिक ग्रंथ तुहाडा है ते कसम मैं मन लई सी। मनी पता क्यों है? मैं जानदा है तुसीं दगेबाज जे, मैं जानदा है तुहाडे अंदर कपट है। एक गल दा ख्याल रखियो, चम दे अंदर बंदा नहीं जानदा भी की है सामने दे मन अंदर, पर जेड़ा गुरु है ना, बिन बोलिया सब कुछ जानदा। तैनू भुलेखा है भी इत्थे कुछ भी मैं लैके बैठा है, की पता है किसे नू? वाकया ही लोकां नू नहीं पता, पर आ सब जानदा जे, गुरु ग्रंथ सब जानदा है। कहंदे औरंगजेब मैं जानदा इस मिट्टी दे पुतले अंदर बेईमानी है, इस मिट्टी दे पुतले अंदर पाप भरिया होया है। तू कसमां दे तेसे नाल सारियां नू छिली जा रहा है, कवट दे तेसे नाल, ठगियां दे तेसे नाल, धोखा धड़ी दे तेसे नाल तू खल ला रहा है लोकां दी। ना छिल कहंदे सारियां च ही रब वसदा है। जाने अणजाणे तू रब नू ही छिलना चाह रहा है। मैं जानदा सी तू झूठा है, मैं जानदा सी तू झूठी कसम खाधी है। यकीन मैं इसलिए कीता है भी जे अज इस्लाम जगत दा कुरान धार्मिक ग्रंथ है ते मैं कुरान दी खाधी कसम ते यकीन ना कीता, भरोसा ना कीता, ते कल नूं आउण वाले समय विच कुरान तो कायनात दा भरोसा ही उठ जाना है। इन्ना अदब दिता है दूजे धर्म नूं। असीं बुरा भला बोलते हैं धर्मां नूं। औरंगजेब माड़ा हो सकदा, इह कुरान दा गुनाह नहीं है, इस्लाम दा गुनाह नहीं है। इत्थे चंदू माड़ा हो सकदा है, गंगू माड़ा हो सकदा, इह धर्म दा गुनाह नहीं है। ते साडे च भी बथेरे गदार ने। 84 च किन्ने बाहां खड़ियां करके निकले सी। इह धर्म दा की गुनाह है? हर धर्म दे विच इदां दे लोक हुंदे ने। दीन दुनिया दे बादशाह कहंदे ओ तेसे दे नाल लोकां दी खल ना ला, ये पाप ना कमा। क्यों? नानक करते के केते वेस, सारे ही वेस उस खुदा दे ने, विच एक ही बैठा होया है। बैठा परमात्मा ही है, सारियां च समाया वो परमात्मा ही है। ऐसे दीन दुनिया दे मालक दी बाणी ये उपदेश करदी है। बेअंत रब दे प्यारे ने, बेअंत धार्मिक पुस्तकां ने, पर उन्हां नूं बुद्धि भी परमात्मा दी बख्शी है। इसलिए उन्होंने ये धार्मिक ग्रंथ लोकां नूं सेध देण लई लिखे ने। पर सानूं उत्थे बैठना चाहिदा है, सानूं उत्थे समां बतीत करना चाहिदा है। बाबा जय कर करते, बाबा जय कर करते कीरत होए, सो कर राख वडाई तोए। सानूं उत्थे टिकाउणा कर जिथे तेरे गुण गाए जांदे ने, क्योंकि ये शॉर्टकट है, ये रस्ता छेती पहुँचता है। सारियां दे विच उस दी जोत है। सारियां दे घरीं जिवें सूरज दियां ही किरनां रोशनी दिंदियां ने, खसम दियां ही किरनां पैंदियां ने, सारियां च परमात्मा वसदा है। इत्थे समाप्ति है जी। भुल चुक दी खिमा। अगले शब्द की व्याख्या। अगला शब्द गुरु नानक साहिब का अखीरला शब्द है। फिर दो शब्द रह जाने ने गौड़ी राग विच गुरु रामदास जी और एक शब्द गुरु अर्जन साहिब जी। फिर सोहले बाणी की समाप्ति होगी। तकरीबन 3 दीवान रह गए ने ते 3 ही शब्द ने। प्रबंधक जन दसणगे अगला प्रोग्राम कित्थे है, किस समय है। संगतां ने हाज़री भर के अपने समय नूं, जीवन नूं सफलियां करना। समूह प्रबंधकां दा धन्नवाद, संगत दा धन्नवाद, दीन दुनिया दे पातशाह गुरु ग्रंथ साहिब जी दा कोटन कोट धन्नवाद। गज वज के फतेह बुलाइए जी। गज वज के फतेह बुलाइए जी। वाहिगुरू जी का खालसा, वाहिगुरू जी की फतेह।